स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਖਾਸ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਵੱਡੀ ਗੱਲ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ। ਇਹ ਅੱਜ ਦੇ ਨਹੀਂ ਚੱਲ ਰਹੇ, ਲੰਬੇ ਸਮੇਂ ਤੋਂ ਚੱਲ ਰਹੇ ਨੇ। ਔਰ ਸਰਕਾਰ ਜਦੋਂ ਵੱਖ-ਵੱਖ ਐਲਾਨ ਕਰਦੀ ਹੈ ਤਾਂ ਉਦੋਂ ਲੱਗਦਾ ਕਿ ਸ਼ਾਇਦ ਸਾਰੀਆਂ ਮੰਗਾਂ ਪ੍ਰਵਾਨ ਹੋ ਗਈਆਂ ਹੋਣ। ਅੱਜ ਤੁਸੀਂ ਘਰੋਂ ਕੋਈ ਸਰਕਾਰੀ ਕੰਮ ਜਾਣ ਦੇ ਲਈ ਨਿਕਲੇ ਹੋਵੋ, ਤੁਹਾਡਾ ਫੋਨ ਚਾਰਜ ਨਹੀਂ ਹੋਇਆ ਕਿਉਂਕਿ ਲਾਈਟ ਨਹੀਂ ਹੈ, ਫੋਨ ਕੀਤਾ 19-12 ਤੇ ਤਾਂ ਪਤਾ ਲੱਗਿਆ ਹੜਤਾਲ ਚੱਲ ਰਹੀ ਹੈ, ਇਸ ਕਰਕੇ ਮੁਲਾਜ਼ਮ ਆ ਨਹੀਂ ਸਕਦੇ। ਕਿਸੇ ਤਰੀਕੇ ਤੁਸੀਂ ਸੜਕ ਤੇ ਆਏ, ਸੜਕ ਤੇ ਧਰਨੇ ਮੁਜ਼ਾਹਰੇ ਟੀਚਰ ਲਾ ਕੇ ਖੜੇ ਨੇ, ਰਾਹ ਤੁਹਾਨੂੰ ਮੋੜਨਾ ਪਿਆ, ਦੂਜੇ ਪਾਸੋਂ ਤੁਹਾਨੂੰ ਸਰਕਾਰੀ ਬੱਸ ਫੜਨ ਦੇ ਲਈ ਜਾਣਾ ਪਿਆ। ਇਹ ਵੀ ਪਤਾ ਲੱਗਿਆ ਕਿ ਸਰਕਾਰੀ ਬੱਸ ਵਾਲੇ ਵੀ ਧਰਨੇ ਤੇ ਨੇ, ਸਰਕਾਰੀ ਬੱਸ ਵੀ ਨਹੀਂ ਚੱਲ ਰਹੀ। ਔਖੇ ਸੌਖੇ ਹੋ ਕੇ ਤੁਸੀਂ ਡੀਸੀ ਦਫ਼ਤਰ ਵੀ ਪਹੁੰਚ ਗਏ ਆਪਣਾ ਕੋਈ ਸਰਕਾਰੀ ਕੰਮ ਕਰਨ ਦੇ ਲਈ, ਉੱਥੇ ਵੀ ਪਤਾ ਲੱਗਿਆ ਕਿ ਉੱਥੇ ਵੀ ਹੜਤਾਲ ਚੱਲ ਰਹੀ ਹੈ, ਡੀਸੀ ਦਫ਼ਤਰ ਵੀ ਹੜਤਾਲ ਹੈ। ਇਹ ਹਾਲਾਤ ਬਣੇ ਹੋਏ ਨੇ ਅੱਜ ਪੂਰੇ ਪੰਜਾਬ ਦੇ। ਪੂਰਾ ਪੰਜਾਬ ਧਰਨਿਆਂ ਮੁਜ਼ਾਹਰਿਆਂ ਵਾਲਾ ਸੂਬਾ ਬਣਿਆ ਹੋਇਆ। ਜਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਹਰ ਵਰਗ ਸਰਕਾਰ ਤੋਂ ਦੁਖੀ ਨਜ਼ਰ ਆਏਗਾ, ਹਰ ਵਰਗ ਸੜਕਾਂ ਤੇ ਰੁਲ ਰਿਹਾ। ਪੰਜਾਬ ਦੇ ਵਿੱਚ ਡੀਸੀ ਦਫ਼ਤਰ, ਸਿਹਤ, ਸਿੱਖਿਆ, ਟਰਾਂਸਪੋਰਟ, ਪਾਵਰਕਾਮ ਸਣੇ 15 ਵਿਭਾਗ ਅਜਿਹੇ ਨੇ ਜਿਸ ਦੇ 25,000 ਤੋਂ ਵੱਧ ਮੁਲਾਜ਼ਮ ਆਪਣੀਆਂ ਮੰਗਾਂ ਲਈ ਹੜਤਾਲ ਤੇ ਨੇ। ਪਾਵਰਕਾਮ ਦੇ 28,000 ਤੋਂ ਵੱਧ ਪੈਨਸ਼ਨਰ ਅਤੇ 33,000 ਤੋਂ ਵੱਧ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ। ਇਹਨਾਂ ਹੜਤਾਲਾਂ ਕਾਰਨ ਨਾਗਰਿਕਾਂ ਨੂੰ ਮੁਸ਼ਕਲਾਂ ਦਾ ਅੰਦਾਜ਼ਾ ਸ਼ਾਇਦ ਸਰਕਾਰ ਲਗਾ ਹੀ ਨਹੀਂ ਪਾ ਰਹੀ। ਕਿਹਾ ਜਾ ਸਕਦਾ ਹੈ ਕਿ ਹੜਤਾਲ ਨਾਲ ਆਮ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ। 20 ਜ਼ਿਲ੍ਹਿਆਂ ਤੋਂ ਇਕੱਤਰ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਡੀਸੀ ਦਫ਼ਤਰਾਂ ਦੇ ਵਿੱਚ 1500, ਸਿਹਤ ਵਿਭਾਗ ਦੇ ਵਿੱਚ 10,000 ਤੋਂ ਵੱਧ ਅਤੇ ਇਸ ਨਾਲ ਜੁੜੇ ਹੋਏ ਵਿੰਗਾਂ ਦੇ ਵਿੱਚ ਉੱਚ ਸਿੱਖਿਆ ਵਿਭਾਗ ਅਧੀਨ 800 ਕਾਲਜ ਪ੍ਰੋਫੈਸਰ ਅਤੇ ਗੈਸਟ ਫੈਕਲਟੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ 533 ਕਰਮਚਾਰੀ, ਪਾਵਰਕਾਮ ਦੇ ਵਿੱਚ 3000 ਜੂਨੀਅਰ ਇੰਜੀਨੀਅਰ ਹੜਤਾਲ ਤੇ ਨੇ। ਇਸ ਤੋਂ ਇਲਾਵਾ ਸੈਂਕੜੇ ਬੇਰੁਜ਼ਗਾਰ ਲੋਕ ਵੀ ਪੁਲਿਸ ਭਰਤੀ ਦੇ ਵਿੱਚ ਧਾਂਦਲੀ ਕਰਨ ਦੇ ਲਈ ਸੰਘਰਸ਼ ਕਰ ਰਹੇ ਨੇ। ਵਿਜੀਲੈਂਸ ਦੀ ਟੀਮ ਨੇ ਹਾਲ ਹੀ ਦੇ ਵਿੱਚ ਰਿਸ਼ਵਤਖੋਰੀ ਦੇ ਦੋਸ਼ਾਂ ਦੇ ਤਹਿਤ ਸਾਹਿਲਪੁਰ ਦੇ ਵਿੱਚ ਤੈਨਾਤ ਨਾਇਬ ਤਹਿਸੀਲਦਾਰ ਤੇ ਕਲਰਕ ਨੂੰ ਫੜ ਲਿਆ। ਉਦੋਂ ਤੋਂ ਹੀ ਰਾਜ ਭਰ ਦੇ ਡੀਸੀ ਦਫ਼ਤਰਾਂ ਤੇ ਕਰਮਚਾਰੀ ਕਲਮ ਛੋੜ ਹੜਤਾਲ ਤੇ ਚਲੇ ਗਏ। ਇਹਨਾਂ 10 ਦਿਨਾਂ ਦੇ ਵਿੱਚ ਦਸਤਖਾਂ ਕਰਨ ਵਾਲੇ ਇਕੱਲੇ ਕਪੂਰਥਲਾ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਦੇ ਵਿੱਚ 400 ਹਲਫਨਾਮੇ ਪਏ ਨੇ, ਕਾਊਂਟਰ ਸਾਈਨ ਕਰਨ ਨੂੰ ਪਏ ਨੇ, ਰਜਿਸਟਰੀਆਂ ਦਾ ਕੰਮ ਰੁਕਿਆ ਹੋਇਆ, ਡਰਾਈਵਿੰਗ ਲਾਇਸੈਂਸਾਂ ਦਾ ਕੰਮ ਨਹੀਂ ਹੋ ਰਿਹਾ, ਇਹ ਸਾਰੇ ਕੰਮ ਰੁਕੇ ਹੋਏ ਨੇ। ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਗੈਸਟ ਲੈਕਚਰਾਰ ਹੋਣ ਉਹ ਹੜਤਾਲ ਤੇ ਨੇ। ਸਟਾਫ ਨਰਸਾਂ, NHM ਕਰਮਚਾਰੀ, ਆਸ਼ਾ ਵਰਕਰ, ANM ਸਿਵਲ ਹਸਪਤਾਲਾਂ ਦੇ ਵਿੱਚ ਹੜਤਾਲ ਤੇ ਨੇ। ਪਨ ਬੱਸ, PRTC ਵਿਖੇ ਤੈਨਾਤ ਕੱਚੇ ਮੁਲਾਜ਼ਮ ਮੰਗਾਂ ਪੂਰੀਆਂ ਨਾ ਹੋਣ ਤੱਕ ਯਾਨੀ ਕਿ ਅੱਜ ਤੋਂ 7 ਦਸੰਬਰ ਤੋਂ ਹੜਤਾਲ ਤੇ ਚਲੇ ਗਏ ਨੇ। ਇਹ ਪੂਰਾ ਬਿਊਰਾ ਪੂਰੇ ਪੰਜਾਬ ਦਾ ਇਹ ਹਾਲਾਤ ਨੇ। ਸਹਿਜੇ ਅੰਦਾਜ਼ਾ ਲਾਓ ਕਿ ਪੰਜਾਬ ਦੇ ਹਾਲਾਤ ਕੀ ਬਣੇ ਹੋਏ ਨੇ। ਸੇਵਾ, ਸਿੱਖਿਆ ਹੋਵੇ, ਭਾਵੇਂ ਤੁਹਾਡਾ ਸਿਹਤ ਹੋਵੇ, ਭਾਵੇਂ ਟਰਾਂਸਪੋਰਟ ਹੋਵੇ, ਕੋਈ ਮਹਿਕਮਾ ਐਸਾ ਨਹੀਂ ਹੈ ਜਿੱਥੇ ਹੜਤਾਲ ਨਹੀਂ ਚੱਲ ਰਹੀ। ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਅਸੀਂ ਤਾਂ ਸਾਰੇ ਕੰਮ ਕਰ ਰਹੇ ਹਾਂ, ਅਸੀਂ ਤਾਂ ਸਾਰੀਆਂ ਜਥੇਬੰਦੀਆਂ ਨੂੰ ਵੀ ਬੁਲਾਉਂਦੇ ਹਾਂ ਕਿ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰੋ, ਪਰ ਲੋਕ ਖਾਸੇ ਖੱਜਲ ਖੁਆਰ ਹੋ ਰਹੇ ਨੇ। ਇਸ ਦਾ ਠੀਕਰਾ ਜਿਹੜਾ ਕਿਸ ਦੇ ਸਿਰ ਪੰਨਿਆ ਜਾਏ ਇਹ ਨਹੀਂ ਸਮਝ ਆਉਂਦੀ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ। ਅਸੀਂ ਇਸ ਨੂੰ ਨਾਨ ਪੋਲੀਟੀਕਲ ਡਿਬੇਟ ਰੱਖੀ ਹੈ। ਘੱਟੋ ਘੱਟ ਇਹਨਾਂ ਲੋਕਾਂ ਦੀਆਂ ਮੰਗਾਂ ਜਿਹੜੇ ਆਮ ਲੋਕ ਖੱਜਲ ਖੁਆਰ ਹੁੰਦੇ ਨੇ ਉਹ ਦੋਵਾਂ ਧਿਰਾਂ ਨੂੰ ਮਾੜਾ ਚੰਗਾ ਬੋਲਦੇ ਨੇ। ਹੜਤਾਲ ਕਰਨ ਵਾਲਿਆਂ ਨੂੰ ਵੀ ਮਾੜਾ ਚੰਗਾ ਬੋਲਦੇ ਨੇ, ਸਰਕਾਰ ਨੂੰ ਵੀ ਮਾੜਾ ਚੰਗਾ ਬੋਲਦੇ ਨੇ। ਹੜਤਾਲ ਕਰਨ ਵਾਲਿਆਂ ਤੇ ਗੁੱਸਾ ਇਸ ਲਈ ਨਿਕਲ ਜਾਂਦਾ ਹੈ ਕਿ ਕਿਸੇ ਬੰਦੇ ਨੇ ਆਪਣੇ ਕਿਸੇ ਕੰਮ ਜਾਣਾ, ਤੁਸੀਂ ਰਾਹ ਰੋਕ ਲੈਂਦੇ ਹੋ, ਤੁਸੀਂ ਸੇਵਾਵਾਂ ਨਹੀਂ ਦਿੰਦੇ, ਤਾਂ ਉਹ ਮਾੜਾ ਚੰਗਾ ਜ਼ਰੂਰ ਬੋਲਦਾ। ਸੋ ਇਸੇ ਕਾਰਨ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਜੈਨੂਅਨ ਨੇ ਜਾਂ ਨਹੀਂ ਜੈਨੂਅਨ, ਕਿਸੇ ਤਰ੍ਹਾਂ ਦਾ ਕੋਈ ਧੱਕਾ ਇਹ ਵੀ ਤਾਂ ਨਹੀਂ ਸਰਕਾਰ ਨਾਲ ਕਰ ਰਹੇ। ਇਹ ਸਾਰੀਆਂ ਗੱਲਾਂ ਤੁਹਾਡੇ ਤੱਕ ਪਹੁੰਚਣੀਆਂ ਬੜੀਆਂ ਜ਼ਰੂਰੀ ਨੇ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਡਾਕਟਰ ਧੀਰਜ ਕੁਮਾਰ ਆਯੁਰਵੈਦਿਕ ਮੈਡੀਕਲ ਆਫਿਸਰ ਨੇ, ਉਹ ਸਾਡੇ ਨਾਲ ਜੁੜੇ ਹੋਏ ਨੇ। ਸੰਦੀਪ ਸਾਮਾ ਜੀ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਨੇ। ਤੇਜਿੰਦਰ ਸਿੰਘ ਚੇਅਰਮੈਨ ਨੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਜਲੰਧਰ ਤੋਂ। ਰੇਸ਼ਮ ਸਿੰਘ ਗਿੱਲ ਪੰਜਾਬ ਪ੍ਰਧਾਨ ਨੇ ਪੰਜਾਬ ਰੋਡਵੇਜ਼ PRTC ਪਨਬਸ ਦੇ। ਔਰ ਅਰੁਣਦੀਪ ਸਿੰਘ ਸੂਬਾ ਸਕੱਤਰ ਨੇ ਕੰਪਿਊਟਰ ਟੀਚਰ ਯੂਨੀਅਨ ਦਾ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਰੇਸ਼ਮ ਸਿੰਘ ਗਿੱਲ ਤੋਂ ਸ਼ੁਰੂਆਤ ਕਰਦੇ ਹਾਂ। ਗਿੱਲ ਸਾਹਿਬ, ਪੂਰਾ ਪੰਜਾਬ ਤਰਾ ਕਰ ਰਿਹਾ, ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਗੁੱਸਾ ਗਿਲਾ ਭਾਵੇਂ ਸਰਕਾਰ ਨਾਲ ਹੋਵੇ, ਪਰ ਤੁਸੀਂ ਲੋਕਾਂ ਨੂੰ ਕਿੰਨਾ ਖੱਜਲ ਖੁਆਰ ਕਰ ਰਹੇ ਹੋ? ਸਰਕਾਰੀ ਬੱਸਾਂ ਬੰਦ ਪਈਆਂ ਨੇ, ਪ੍ਰਾਈਵੇਟ ਵਾਲਿਆਂ ਨੇ ਲੁੱਟ ਮਚਾ ਰੱਖੀ ਹੈ, ਆਮ ਲੋਕ ਕਿੱਧਰ ਜਾਣ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਚੈਨਲ ਦਾ ਧੰਨਵਾਦ ਜੀ। ਦੂਸਰੀ ਗੱਲ ਇਹ ਆ ਕਿ ਅਸੀਂ ਜਿਹੜੀ ਵੀ ਗੱਲ ਕਰਦੇ ਆ, ਪੰਜਾਬ ਦੀ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਉਹ ਆ ਹੜਤਾਲ ਦੀ। ਅਸੀਂ ਨਹੀਂ ਹੜਤਾਲ ਕੀਤੀ ਕਿਉਂਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਟਰਾਂਸਪੋਰਟ ਵਿਭਾਗ 'ਚ ਕੰਮ ਕਰਦੇ ਆ, ਚਾਹੇ ਪਨਬਸ ਦੇ ਵਿੱਚ, ਚਾਹੇ PRTC 'ਚ ਕੱਚੇ ਮੁਲਾਜ਼ਮ ਆ। ਸੋ ਸਾਡੇ ਵੱਲੋਂ ਹਰ ਸਮੇਂ ਪਹਿਲਾਂ ਨੋਟਿਸ ਭੇਜਿਆ ਜਾਂਦਾ ਸਰਕਾਰ ਨੂੰ ਹੜਤਾਲ ਦੇ ਸਬੰਧ 'ਚ ਕਿ ਸਰਕਾਰ ਸਾਨੂੰ ਬੁਲਾ ਕੇ ਕੋਈ ਹੱਲ ਕੱਢੇਗੀ। ਸੋ ਉਸ ਸਬੰਧ 'ਚ ਪਿਛਲੇ ਸਮੇਂ 'ਚ ਸਾਡੀਆਂ ਮੀਟਿੰਗਾਂ ਵੀ ਹੋਈਆਂ, ਜਿੰਦੇ 'ਚ ਪੰਜਾਬ ਦੇ ਮੁੱਖ ਮੰਤਰੀ ਨੇ 10ਵੇਂ ਮਹੀਨੇ 'ਚ 12 ਤਰੀਕ ਨੂੰ ਸਾਡੇ ਨਾਲ ਮੀਟਿੰਗ ਕਰਕੇ ਸਾਨੂੰ ਭਰੋਸਾ ਦਿੱਤਾ ਕਿ 20 ਦਿਨਾਂ 'ਚ ਤੁਹਾਡਾ ਹੱਲ ਕੱਢ ਦਾਂਗੇ, ਤੁਹਾਨੂੰ ਪੱਕੇ ਕਰ ਦਾਂਗੇ।
ਟਰਾਂਸਪੋਰਟ ਮਿਨਿਸਟਰ ਨੇ ਉਸ ਤੋਂ ਬਾਅਦ ਵੀ ਮੀਟਿੰਗਾਂ ਕੀਤੀਆਂ। ਜਿਹੜੀ 22 ਤਰੀਕ ਨੂੰ ਮੀਟਿੰਗ ਹੋਈ ਸਾਡੀ ਲਾਸਟ ਨਵੰਬਰ ਮਹੀਨੇ 'ਚ, ਉੱਥੇ ਸਾਨੂੰ ਭਰੋਸਾ ਦਿੱਤਾ ਗਿਆ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਤੁਹਾਡਾ ਏਜੰਡਾ ਬਣਾ ਕੇ ਤੁਹਾਡਾ ਹੱਲ ਕੱਢ ਦਿੱਤਾ ਜਾਏਗਾ। 1 ਤਰੀਕ ਨੂੰ ਮੀਟਿੰਗ ਗਈ, ਕੈਬਨਿਟ ਦੀ ਹੋ ਗਈ, ਉਹਦੇ 'ਚ ਕੋਈ ਹੱਲ ਨਹੀਂ ਕੀਤਾ ਗਿਆ। ਅਸੀਂ ਫਿਰ ਨੋਟਿਸ ਭੇਜਿਆ, ਖਬਰਾਂ ਰਾਹੀਂ ਜਾਣੂ ਕਰਾਇਆ, ਫੋਨ ਤੇ ਜਾਣੂ ਕਰਾਇਆ, ਪਰ ਕਿਸੇ ਨੇ ਸਾਡੀ ਕੋਈ ਮੀਟਿੰਗ ਨਹੀਂ ਬੁਲਾਈ ਤੇ ਨਾ ਹੀ ਮੀਟਿੰਗ ਬੁਲਾਉਣਾ ਸੰਭਵ ਸਮਝਿਆ ਕਿ ਬੁਲਾ ਕੇ ਕੋਈ ਹੱਲ ਕੱਢ ਦਈਏ, ਜਿੰਦੇ ਕਾਰਨ ਕਰਕੇ ਸਾਨੂੰ ਅੱਜ ਹੜਤਾਲ ਤੇ ਗਿੱਲ ਸਾਹਿਬ, ਰੇਸ਼ਮ ਗਿੱਲ, ਮੈਨੂੰ ਇਹ ਨਹੀਂ ਸਮਝ ਆਉਂਦੀ, ਤੁਹਾਡਾ ਤਾਂ ਟਰਾਂਸਪੋਰਟ ਮਿਨਿਸਟਰ ਹੀ ਇੰਨਾ ਚੰਗਾ ਹੈ, ਥਾਂ ਥਾਂ ਛਾਪੇਮਾਰੀ ਕਰਦੇ ਆ, ਰੇਡ ਕਰਦੇ ਆ, ਉਹ ਕਹਿੰਦੇ ਲੱਖਾਂ ਰੁਪਏ ਅਸੀਂ ਬਚਾ ਲਏ ਆਮ ਜਨਤਾ ਦੇ, ਲੋਕਾਂ ਦੇ, ਅਸੀਂ ਹੱਕ ਹਕੂਕ ਦੀ ਗੱਲ ਕਰਦੇ ਆ, ਤੇ ਤੁਹਾਡੀ ਗੱਲ ਨਹੀਂ ਸੁਣਨ ਨੂੰ ਤਿਆਰ, ਇਹ ਮੰਨਣਾ ਬੜਾ ਮੁਸ਼ਕਲ ਹੈ। ਹੈਲੋ, ਹਾਂਜੀ ਹਾਂਜੀ ਗਿੱਲ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? ਗਿੱਲ ਸਾਹਿਬ ਆਵਾਜ਼ ਆ ਰਹੀ ਹੈ ਮੇਰੀ? ਆਵਾਜ਼ ਕੱਟ ਗਈ। ਹਾਂਜੀ ਸਰ, ਹਾਂਜੀ ਆ ਗਈ ਸਰ। ਮੈਂ ਇਹ ਕਹਿ ਰਿਹਾ ਸੀ ਤੁਹਾਡੇ ਟਰਾਂਸਪੋਰਟ ਕਲੀਅਰ ਕਰਦੀ ਹੈ ਕਿ ਸਾਡੇ ਟਰਾਂਸਪੋਰਟ ਮਿਨਿਸਟਰ ਜਿਹੜੀ ਗੱਲ ਕਰਦੇ ਨੇ ਕਿ 1.25 ਕਰੋੜ ਦੇ ਪਲੱਸ, ਹਾਂਜੀ 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 ਬੋਲੋ ਬੋਲੋ, ਗੱਲ ਕਰਦੇ ਕਿ 1.25 ਕਰੋੜ ਰੁਪਇਆ ਪਣ ਵਾਸਤੇ ਪੀਆਰਟੀਸੀ ਦੇ ਮੁਲਾਜ਼ਮ ਟਰਾਂਸਪੋਰਟ ਵਿਭਾਗ 'ਚ ਵਡੋਤਰੀ ਕਰ ਰਹੇ ਆ, ਜਿਹੜੇ ਵੱਧ ਕਮਾ ਰਹੇ ਆ, ਉਹ ਅਸੀਂ ਕਮਾ ਰਹੇ ਆ ਕੱਚੇ ਕਾਮੇ। ਸੋ ਦੂਸਰੇ ਪਾਸੇ ਸਾਡੇ ਨਾਲ ਮੀਟਿੰਗ ਕਰਕੇ ਵਾਰ-ਵਾਰ ਭਰੋਸਾ ਦਿੱਤਾ ਜਾਂਦਾ, 70 ਤੋਂ 72 ਦਿਨ ਹੋ ਗਏ ਨਵੇਂ ਟਰਾਂਸਪੋਰਟ ਮਿਨਿਸਟਰ ਨੂੰ ਬਣੇ ਨੂੰ, ਪਰ ਕਿਸੇ ਵੀ ਮੁਲਾਜ਼ਮ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ, ਕੋਈ ਪੱਕਾ ਨਹੀਂ ਕੀਤਾ। ਸਾਡੇ ਵਿਭਾਗ ਦੇ ਵਿੱਚ ਜਿੱਥੇ ਅਸੀਂ ਪਣ ਬੱਸ 'ਚ ਕੰਮ ਕਰਦੇ, ਪੀਆਰਟੀਸੀ 'ਚ ਕੰਮ ਕਰਦੇ ਮੁਲਾਜ਼ਮ ਆ, ਅਸੀਂ ਕਮਾਈ ਕਰਕੇ ਰੋਜ਼ਾਨਾ ਇੱਕ ਪਾਸੇ ਕਮਾਈ ਕਰਦੇ, ਦੂਸਰੇ ਪਾਸੇ ਜਿਹੜੇ ਫ੍ਰੀ ਸਫਰ ਸਹੂਲਤਾਂ ਔਰਤਾਂ ਨੂੰ ਮੁਹੱਈਆ ਕਰਾ ਰਹੇ ਆ। ਅਸੀਂ ਬੱਸਾਂ ਦੀ ਮੰਗ ਕਰਦੇ ਹਾਂ ਕਿ 10,000 ਸਰਕਾਰੀ ਬੱਸ ਕਰੋ। ਸਰਕਾਰੀ ਖਜ਼ਾਨੇ 'ਚੋਂ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਗਈ। ਬੈਂਕਾਂ ਤੋਂ ਲੋਨ ਲੈ ਕੇ 800 ਬੱਸ ਪਾਈ ਜਾ ਰਹੀ ਆ, ਉਹ ਬੱਸ ਦਾ ਕਰਜ਼ਾ ਵੀ ਅਸੀਂ ਲਾਉਣਾ ਤੇ ਪਲੱਸ ਅਸੀਂ ਲੋਕਾਂ ਨੂੰ ਸਹੂਲਤ ਵੀ ਦੇਣੀ ਆ, ਆਪਣੀ ਤਨਖਾਹ ਤੇ ਡੀਜ਼ਲ ਵੀ ਅਸੀਂ ਪੂਰਾ ਕਰਨਾ ਹੈ। ਸਾਡੇ ਟਰਾਂਸਪੋਰਟ ਮਿਨਿਸਟਰ ਦਾ ਜਾਂ ਸਰਕਾਰ ਦਾ ਇਹਦੇ 'ਚ ਕੋਈ ਲੈਣਾ ਦੇਣਾ ਹੀ ਨਹੀਂ, ਤੇ ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਵਧੀਆ ਸਹੂਲਤਾਂ ਦੇ ਰਹੇ ਆ, ਵਧੀਆ ਤਰੀਕੇ ਨਾਲ ਚਲਾ ਰਹੇ ਆ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਟਰਾਂਸਪੋਰਟ ਵਿਭਾਗ 'ਚ ਸੁਧਾਰ ਹੋ ਰਿਹਾ, ਸੁਧਾਰ ਕਿੱਥੋਂ ਤੱਕ ਹੋ ਰਿਹਾ? ਆਪਣੇ ਹਲਕੇ ਦੇ ਵਿੱਚ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਦੀ ਟਰਾਂਸਪੋਰਟ ਵਿਭਾਗ ਜਿਹੜਾ ਉਹਨਾਂ ਦਾ ਚੱਲਦਾ ਵਾ, ਉਹਦਾ ਸਹਾਰਾ ਲੈ ਕੇ ਵਿਰੋਧੀ ਧਿਰ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੇ ਨੇ। ਦੂਸਰੇ ਪਾਸੇ ਲੁਧਿਆਣੇ 'ਚੋਂ ਜਾਂ ਹੋਰ ਸ਼ਹਿਰਾਂ 'ਚੋਂ ਨਜਾਇਜ਼ ਬੱਸਾਂ ਜਿਹੜੀਆਂ ਚੱਲਦੀਆਂ, ਉਹਨਾਂ ਤੇ ਕਿੰਨੀ ਕੁ ਲਗਾਮ ਕੱਸੀ ਗਈ, ਉਧਰ ਵੱਲ ਕੋਈ ਧਿਆਨ ਮੈਨੇਜਰਾਂ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਗਿੱਲ ਸਾਹਿਬ ਇੱਕ ਛੋਟਾ ਜਿਹਾ ਸਵਾਲ ਮੈਂ ਫਿਰ ਅੱਗੇ ਵਧਾਂਗਾ, ਬਾਕੀ ਮਹਿਮਾਨਾਂ ਤੋਂ ਵੀ ਇੱਕ ਸਵਾਲ ਇਹ ਹੈ ਕਿ ਤੁਸੀਂ ਉਸ ਨਿਯਮਾਂ ਦੇ ਤਹਿਤ ਨਹੀਂ ਆਉਂਦੇ। ਉਹ ਕਹਿੰਦੇ ਨੇ ਕਿ ਅਸੀਂ ਕੱਚੇ ਮੁਲਾਜ਼ਮ 36,000 ਮੁਲਾਜ਼ਮ ਅਸੀਂ ਪੱਕਾ ਕਰਨਾ ਹੈ, ਪਰ ਉਹਦੀਆਂ ਕੁਝ ਨਿਯਮ ਤੇ ਸ਼ਰਤਾਂ ਨੇ, ਉਹ ਨਿਯਮ ਤੇ ਸ਼ਰਤਾਂ ਤੁਹਾਡੇ ਤੇ ਢੁਕਦੀਆਂ ਨਹੀਂ, ਇਸ ਕਰਕੇ ਤੁਹਾਨੂੰ ਪੱਕਾ ਨਹੀਂ ਕੀਤਾ ਜਾ ਸਕਦਾ। ਦੇਖੋ ਜੀ, ਅਸੀਂ ਕਲੀਅਰ ਕਰ ਦਈਏ, ਸਾਡੇ ਵਿੱਚੋਂ ਲਗਭਗ 2022 ਮੁਲਾਜ਼ਮ ਇਹੋ ਜਿਹੇ ਨੇ ਜਿਹੜੇ ਕੰਟਰੈਕਟ ਤੇ ਭਰਤੀ ਨੇ, ਸਿੱਧੇ ਸਰਕਾਰ ਦੇ ਭਰਤੀ ਕੀਤੇ ਹੋਏ ਆ, ਨਾ ਕਿ ਆਊਟਸੋਰਸਿੰਗ ਤੇ ਆ। ਸੋ ਉਹਨਾਂ ਨੂੰ 5.5 ਸਾਲ ਦੇ ਲਗਭਗ ਹੋ ਗਿਆ ਮੁਲਾਜ਼ਮਾਂ ਨੂੰ ਭਰਤੀ ਹੋਇਆਂ ਨੂੰ, ਪਹਿਲੀ ਗੱਲ। ਦੂਸਰੀ ਗੱਲ, ਜਿਹੜੇ ਆਊਟਸੋਰਸਿੰਗ ਵਾਲੇ ਭਰਤੀ ਕੀਤੇ ਆ, 5 ਮੈਂਬਰੀ ਕਮੇਟੀ ਬਣੀ ਪੰਜਾਬ ਸਰਕਾਰ ਦੀ, 5 ਮੈਂਬਰੀ ਕਮੇਟੀ ਨੇ ਉਹਨਾਂ ਦੇ ਪ੍ਰੋਪਰ ਟੈਸਟ ਲਏ, ਖਬਰਾਂ 'ਚ ਇਸ਼ਤਿਹਾਰ ਆਏ, ਫਿਰ ਉਹ ਮੁਲਾਜ਼ਮ ਭਰਤੀ ਕੀਤੇ ਆਊਟਸੋਰਸਿੰਗ ਤੇ। ਉਹ ਵੀ ਪ੍ਰੋਪਰ ਚੈਨਲ ਭਰਤੀ ਨੇ ਮੁਲਾਜ਼ਮ, ਉਹਨਾਂ ਦੀ ਵੀ ਲਿਸਟ ਬਣੀ ਆ, ਮੈਰਿਟ ਬਣੀ ਆ। ਸੋ ਅਸੀਂ ਸਾਰੇ ਨਿਯਮ ਪੂਰੇ ਕਰਦੇ ਆ, ਫਿਰ ਸਰਕਾਰ ਕਿਉਂ ਇਹ ਗੱਲ ਵਾਰ-ਵਾਰ ਕਰਦੀ ਆ? ਟਰਾਂਸਪੋਰਟ ਮਿਨਿਸਟਰ ਸਾਡੇ ਨਾਲ ਮੀਟਿੰਗ 'ਚ ਬਹਿ ਕੇ ਮੰਨਿਆ ਕਿ ਤੁਸੀਂ ਨਿਯਮ ਪੂਰੇ ਕਰਦੇ ਹੋ, ਤੁਹਾਨੂੰ ਪੱਕੇ ਕਰਦੇ ਆ। ਠੀਕ ਹੈ, ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਕੋਲ, ਬਾਕੀਆਂ ਤੋਂ ਵੀ ਲੈ ਲਈਏ ਉਹਨਾਂ ਦੇ ਕੀ ਮੁੱਦੇ ਨੇ। ਤੇਜਿੰਦਰ ਸਿੰਘ ਹੋਰਾਂ ਕੋਲ ਚੱਲਦੇ ਆ। ਤੇਜਿੰਦਰ ਸਿੰਘ ਜੀ, ਇਹ ਤਾਂ ਸਰੇਆਮ ਧੱਕਾ ਨਹੀਂ ਹੈ ਕਿ ਜੇ ਕੋਈ ਪਟਵਾਰੀ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਉਹਦੇ ਹੱਕ ਦੇ ਵਿੱਚ ਸਾਰੇ ਪਟਵਾਰੀ ਹੜਤਾਲ ਤੇ ਚਲੇ ਗਏ, ਇਹਦਾ ਮਤਲਬ ਤੁਸੀਂ ਰਿਸ਼ਵਤਖੋਰੀ ਨੂੰ ਵਧਾਵਾ ਦੇ ਰਹੇ ਹੋ ਕਿ ਜਿਹੜਾ ਮਰਜ਼ੀ ਰਿਸ਼ਵਤ ਲਈ ਜੇ ਵਿਜੀਲੈਂਸ ਉਹਨੂੰ ਨੱਪਦੀ ਹੈ ਤਾਂ ਅਸੀਂ ਹੜਤਾਲ ਤੇ ਚਲੇ ਜਾਾਂਗੇ, ਸਰਕਾਰ ਨੂੰ ਮਜਬੂਰ ਕਰਾਂਗੇ ਕਿ ਵਿਜੀਲੈਂਸ ਅੱਗੇ ਤੋਂ ਕਾਰਵਾਈ ਨਾ ਕਰੇ। ਸਭ ਤੋਂ ਪਹਿਲਾਂ ਪੀਡੀਸੀ ਚੈਨਲ ਦਾ ਧੰਨਵਾਦ ਕਿ ਇਸ ਡਿਬੇਟ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਦੇਖੋ ਜੀ, ਮੈਂ ਇਹ ਕਹਿਣਾ ਆ ਕਿ ਜੇ ਤਾਂ ਕੋਈ ਕਰਮਚਾਰੀ, ਚਾਹੇ ਉਹ ਪਟਵਾਰੀ ਹੈ, ਚਾਹੇ ਕਲਰਕ ਹੈ, ਚਾਹੇ ਨਾਇਬ ਤਹਿਸੀਲਦਾਰ, ਤਹਿਸੀਲਦਾਰ ਹੈ, ਜਾਂ ਕਿਸੇ ਹੋਰ ਵੀ ਵਿਭਾਗ ਦਾ ਕਰਮਚਾਰੀ ਹੈ, ਜੇ ਤਾਂ ਉਹ ਕਰਪਸ਼ਨ ਕਰਦਾ ਆ, ਫਿਰ ਤਾਂ ਉਹਦੇ ਤੇ ਬਣਦਾ ਜਿਹੜਾ ਕੇਸ ਦਰਜ ਹੋਣਾ ਚਾਹੀਦਾ। ਪਰ ਇਹ ਕਦਾਚਿਤ ਵਾਜਿਬ ਨਹੀਂ ਹੈਗਾ ਕਿ ਜੇ ਕਿਸੇ ਪਟਵਾਰੀ ਜਾਂ ਕਿਸੇ ਕਾਨੂੰਗੋ, ਕਿਸੇ ਡੀਸੀ ਦਫ਼ਤਰ ਦੇ ਕਲਰਕ ਨੇ, ਨਾਇਬ ਤਹਿਸੀਲਦਾਰ ਨੇ ਰਿਸ਼ਵਤ ਵੀ ਨਾ ਲਈ ਹੋਵੇ ਔਰ ਰਿਸ਼ਵਤ ਲੈਣਾ ਕਿਤੇ ਸਾਬਤ ਵੀ ਨਾ ਹੋਇਆ ਹੋਵੇ ਤੇ ਉਹਦੇ ਵਿਰੁੱਧ ਰਿਸ਼ਵਤ ਦਾ ਪਰਚਾ ਦਰਜ ਕਰ ਦਿੱਤਾ ਜਾਵੇ। ਇਹ ਸਰਾਸਰ ਵਿਜੀਲੈਂਸ ਵਿਭਾਗ ਵੱਲੋਂ ਧੱਕਾ ਕੀਤਾ ਗਿਆ ਜੀ, ਕਿਉਂਕਿ ਜਿਹੜੇ ਸਾਡੇ ਮਾਹਲਪੁਰ ਹੁਸ਼ਿਆਰਪੁਰ ਜ਼ਿਲ੍ਹੇ 'ਚ ਤੈਨਾਤ ਨਾਇਬ ਤਹਿਸੀਲਦਾਰ ਸ਼੍ਰੀ ਸੰਦੀਪ ਕੁਮਾਰ ਜੀ ਤੇ ਉਹਨਾਂ ਦੇ ਨਾਲ ਜਿਹੜੇ ਰਜਿਸਟਰੀ ਕਲਰਕ ਮਨਜੀਤ ਸਿੰਘ ਤੇ ਵਿਜੀਲੈਂਸ ਵਿਭਾਗ ਵੱਲੋਂ ਬਿਨਾਂ ਕਿਸੇ ਬਰਾਮਦਗੀ ਪਰਚਾ ਦਰਜ ਕੀਤਾ ਗਿਆ, ਉਹ ਸਰਾਸਰ ਗਲਤ ਹੈ ਔਰ ਧੱਕਾ ਕੀਤਾ ਗਿਆ ਵਿਜੀਲੈਂਸ ਵਿਭਾਗ ਵੱਲੋਂ ਜੀ।
ਨਹੀਂ ਤਜਿੰਦਰ ਸਿੰਘ ਸੋ ਇਸ ਗੱਲ ਦਾ ਜਿਹੜੀ ਉਹਨਾਂ ਦੀ ਬੇਲ ਹੋਈ ਆ ਸ਼੍ਰੀ ਸਰਕਾਰ ਨੈਪਚੀ ਇੱਕ ਮਿੰਟ ਰੁਕੋ ਨਾ, ਸਰਕਾਰ ਵਾਰ-ਵਾਰ ਇਹ ਕਹਿੰਦੀ ਹੈ ਕਿ ਬਕਾਇਦਾ ਵਿਜੀਲੈਂਸ ਦੇ ਕੋਲ ਸਬੂਤ ਨੇ, ਰੰਗੇ ਹੱਥੀ ਫੜਿਆ ਗਿਆ, ਉਸ ਤੋਂ ਬਾਅਦ ਆਪਣੇ ਸਾਥੀ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਪਟਵਾਰੀਆਂ ਵੱਲੋਂ ਜਾਂ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ। ਇਹਦੇ ਵਿੱਚ ਕੋਈ ਸੱਚਾਈ ਹੈ? ਰੰਗੇ ਹੱਥੀ ਫੜਿਆ ਗਿਆ? ਨਹੀਂ ਜੀ, ਇਸ ਗੱਲ ਨੂੰ ਮੈਂ ਸਿਰੇ ਤੋਂ ਜਿਹੜੀ ਵਿਜੀਲੈਂਸ ਵਿਭਾਗ ਕਹਿ ਰਿਹਾ ਕਿ ਰੰਗੇ ਹੱਥੀ ਫੜਿਆ ਗਿਆ, ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਜਾਂਦਾ ਆ। ਅੱਜ ਜਿਹੜੇ ਪੂਰੇ ਪੰਜਾਬ ਦੇ ਨਾਇਬ ਤਹਿਸੀਲਦਾਰ ਜਿਨ੍ਹਾਂ ਦੇ ਵਿੱਚ ਕਲਰਕ, ਪਟਵਾਰੀ, ਕਾਨੂੰਗੋ ਸਾਰੀ ਹੜਤਾਲ ਤੇ ਨੇ, ਜਿਹੜੀ ਇਹਨਾਂ ਨੇ ਬਰਾਮਦਗੀ ਦੀ ਗੱਲ ਕੀਤੀ ਆ, ਉਹਨਾਂ ਕੋਲੇ ਰਿਸ਼ਵਤ ਦਾ 1 ਪੈਸਾ ਵੀ ਬਰਾਮਦ ਨਹੀਂ ਹੋਇਆ। ਔਰ ਜਿਹੜੇ ਬੰਦੇ ਨੇ ਰਜਿਸਟਰੀ ਕਰਵਾਉਣੀ ਸੀਗੀ, ਉਹਨੇ ਬਕਾਇਦਾ ਇਹ ਕਿਹਾ ਹੈ ਕਿ ਮੈਂ ਤਹਿਸੀਲਦਾਰ ਸਾਹਿਬ ਕੋਲੇ ਗਿਆ ਹੈ, ਉਹਨਾਂ ਨੇ ਮੇਰੀ ਰਜਿਸਟਰੀ ਕਰਕੇ ਮੈਨੂੰ ਮੇਰੇ ਹੱਥ 'ਚ ਫੜਾ ਦਿੱਤੀ ਹੈ। ਔਰ ਮੈਂ ਤਾਂ ਉਹਨਾਂ ਨੂੰ ਕਦੀ ਮਿਲਿਆ ਵੀ ਨਹੀਂ, ਨਾ ਉਹਨਾਂ ਨਾਲ ਮੇਰੀ ਰਜਿਸਟਰੀ ਕਰਾਉਣ ਸੰਬੰਧੀ ਮੇਰੀ ਕੋਈ ਕਿਸੇ ਵਕਤ ਗੱਲ ਵੀ ਨਹੀਂ ਹੋਈ। ਸੋ ਦੇਖੋ, ਜਦੋਂ ਕੰਪਲੇਨੈਂਟ ਹੀ ਕਹਿ ਰਿਹਾ ਕਿ ਮੈਂ ਤਹਿਸੀਲਦਾਰ ਸਾਹਿਬ ਨੂੰ ਕਦੀ ਪਹਿਲਾਂ ਮਿਲਿਆ ਨਹੀਂ, ਉਹਨਾਂ ਨਾਲ ਮੇਰੀ ਕਦੀ ਫੋਨ ਤੇ ਵੀ ਕੋਈ ਗੱਲ ਨਹੀਂ ਹੋਈ ਮੇਰੇ ਕੰਮ ਕਰਾਉਣ ਸੰਬੰਧੀ, ਕਿਸੇ ਪੈਸੇ ਦੀ ਮੰਗ ਸੰਬੰਧੀ, ਤੇ ਵਿਜੀਲੈਂਸ ਵਿਭਾਗ ਨੇ ਸਰਾਸਰ ਬਿਨਾਂ ਕਿਸੇ ਬਰਾਮਦਗੀ ਜਿਹੜਾ ਪਰਚਾ ਦਰਜ ਕੀਤਾ, ਬਿਲਕੁਲ ਝੂਠਾ ਪਰਚਾ ਦਰਜ ਕੀਤਾ ਜੀ। ਚਲੋ ਵਾਪਸ ਆਣਾ ਤੇਜਿੰਦਰ ਸਿੰਘ, ਜਿਹੜੇ ਡੀਐਸਪੀ ਵਿਜੀਲੈਂਸ ਨੇ ਹੁਸ਼ਿਆਰਪੁਰ ਦੇ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਰਕਾਰ ਨੂੰ ਇਹ ਲੋਕਾਂ ਦੀ ਖੱਜਲ ਖੁਆਰੀ ਕਿਉਂ ਨਹੀਂ ਦਿਖਦੀ। ਅੱਜ ਡੀਸੀ ਦਫ਼ਤਰਾਂ ਦਾ ਕੰਮ, ਪਟਵਾਰੀਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ, ਕੋਈ ਰਜਿਸਟਰੀ ਨਹੀਂ ਹੋ ਪਾ ਰਹੀ, ਲਾਇਸੈਂਸ ਨਹੀਂ ਬਣ ਪਾ ਰਹੇ, ਲੋਕਾਂ ਨੇ ਕੰਮ ਕਰਾਉਣ ਨੇ ਇੰਨੀ ਦੂਰੋਂ ਪਿੰਡੋਂ ਚੱਲ ਕੇ ਪਹੁੰਚਦੇ ਨੇ ਉਹ ਡੀਸੀ ਦਫ਼ਤਰਾਂ ਦੇ ਵਿੱਚ, ਉੱਥੇ ਕੰਮ ਠੱਪ ਪਿਆ ਹੁੰਦਾ। ਸਰਕਾਰ ਨੂੰ ਇਹ ਖੱਜਲ ਖੁਆਰੀ ਕਿਉਂ ਨਹੀਂ ਦਿਖ ਰਹੀ? ਇਹ ਬੜੀ ਦੁਚਿੱਤੀ ਵਾਲੀ ਗੱਲ ਹੈਗੀ ਹੈ। ਡਾਕਟਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਵੀ ਲੈਣਾ। ਡਾਕਟਰ ਧੀਰਜ ਕੁਮਾਰ, ਡਾਕਟਰਾਂ ਦਾ ਕੰਮ ਹੁੰਦਾ ਹੈ, ਰੱਬ ਦਾ ਰੂਪ ਮੰਨਦੇ ਨੇ ਤੁਹਾਨੂੰ ਲੋਕ, ਸਿਹਤ ਕਾਮਿਆਂ ਨੂੰ ਰੱਬ ਦਾ ਰੂਪ ਮੰਨਦੇ ਨੇ। ਤੁਸੀਂ ਹਸਪਤਾਲ ਛੱਡ ਕੇ ਧਰਨਿਆਂ ਤੇ ਬੈਠੇ ਹੋ, ਸੜਕਾਂ ਮਲਦੇ ਹੋ। ਹਾਲ ਹੀ ਦੇ ਵਿੱਚ ਖਰੜ ਚੰਡੀਗੜ੍ਹ ਤੁਸੀਂ ਫਲਾਈਓਵਰ ਮਿਲਿਆ ਸੀਗਾ, 6 ਕਿਲੋਮੀਟਰ ਲੰਬਾ ਜਾਮ ਲੱਗ ਗਿਆ, ਬੜੇ ਲੋਕ ਖੱਜਲ ਖੁਆਰ ਹੋਏ। ਇਸ ਖੱਜਲ ਖੁਆਰੀ ਤੋਂ ਬਚਿਆ ਨਹੀਂ ਜਾ ਸਕਦਾ? ਡਾਕਟਰ ਧੀਰਜ ਕੁਮਾਰ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਚਲੋ ਡਾਕਟਰ ਸਾਹਿਬ, ਮੈਨੂੰ ਲੱਗਦਾ ਕਿ ਉਹਨਾਂ ਦਾ ਲਿੰਕ ਟੁੱਟ ਗਿਆ। ਦੁਬਾਰਾ ਅਸੀਂ ਕੋਸ਼ਿਸ਼ ਕਰਾਂਗੇ। ਸੰਦੀਪ ਸਾਮਾ ਵੀ ਸਾਡੇ ਨਾਲ ਨੇ। ਸੰਦੀਪ, ਅਸੀਂ ਲਾਸਟ ਵੀ ਜਦੋਂ ਡਿਬੇਟ ਕੀਤੀਆਂ, ਹਰ ਡਿਬੇਟ ਤੋਂ ਬਾਅਦ ਇਹ ਆਸ ਹੁੰਦੀ ਹੈ ਕਿ ਹੁਣ ਸ਼ਾਇਦ ਸਰਕਾਰ ਗੱਲ ਕਰੇਗੀ, ਹੁਣ ਸ਼ਾਇਦ ਸਰਕਾਰ ਗੱਲ ਸੁਣੇਗੀ ਔਰ ਸਮਝੇਗੀ, ਪਰ ਹਲੇ ਵੀ ਗੱਲ ਉੱਥੇ ਦੀ ਉੱਥੇ ਅੜੀ ਹੈ। ਸਿੱਖਿਆ ਮੰਤਰੀ ਕਹਿੰਦੇ ਨੇ ਕਿ ਮੈਂ ਤਾਂ ਖੁੱਲ੍ਹਦਿਲੀ ਦੇ ਨਾਲ ਸੱਦਾ ਦੇਣਾ, ਤੁਸੀਂ ਆਓ, ਮੇਰੇ ਨਾਲ ਬੈਠੋ, ਮੀਟਿੰਗ ਕਰੋ, ਜੋ ਕਹੋਗੇ ਉਹ ਹੋਏਗਾ। ਪਰ ਸਵਾਲ ਇਹ ਹੈ ਕਿ ਜਿਹੜਾ ਮਸਲਾ ਅਦਾਲਤ ਦੇ ਵਿੱਚ ਹੈ, ਜਿਹੜਾ ਮਸਲਾ ਅਦਾਲਤ ਦੇ ਵਿੱਚ ਚੈਲੰਜ ਹੋ ਗਿਆ, ਉਹਦੇ 'ਚ ਅਸੀਂ ਕੀ ਕਰ ਸਕਦੇ ਹਾਂ? ਦੇਖੋ, ਜਦੋਂ ਤੋਂ ਸੰਘਰਸ਼ ਦੇ ਵਿੱਚ ਉਤਰੇ ਹੋਏ ਆ 4.5 ਸਾਲ ਹੋ ਗਏ, ਔਰ ਲਗਾਤਾਰ ਜਿਹੜਾ ਸਾਨੂੰ ਡਾਂਗਾਂ ਦਾ ਸਾਹਮਣਾ ਕਰਨਾ ਪੈ ਰਿਹਾ, ਲਗਾਤਾਰ ਗੁੱਤਾਂ ਤੋਂ ਫੜ ਕੇ ਖਿੱਚਿਆ ਜਾ ਰਿਹਾ, ਸਿਰ ਪਾੜੇ ਜਾ ਰਿਹਾ, ਜਿਹੜਾ ਅੱਜ ਫਾਜ਼ਿਲਕਾ ਦੇ ਵਿੱਚ ਵੀ ਸਾਡੇ ਦੇ ਉੱਪਰ ਜਿਹੜਾ ਤਸ਼ੱਦਦ ਕੀਤਾ ਗਿਆ, ਲਾਠੀ ਚਾਰਜ ਜਿਹੜਾ ਕੀਤਾ ਗਿਆ। ਔਰ ਸਿੱਖਿਆ ਮੰਤਰੀ ਸਾਹਿਬ ਦੇ ਪੁਆਇੰਟ ਆਫ ਵਿਊ ਤੋਂ ਮੈਂ ਤੁਹਾਨੂੰ ਦੱਸ ਦਿਆਂ ਕਿ ਸਿੱਖਿਆ ਮੰਤਰੀ ਸਾਹਿਬ ਕਹਿ ਰਿਹਾ ਵੀ ਅਦਾਲਤ ਦੇ ਵਿੱਚ ਹੈ, ਪਰ ਉਹਨੂੰ ਜਾ ਕੇ ਉਹਦਾ ਕੋਈ ਹੱਲ ਤਾਂ ਕੱਢਣਾ, ਪੁਖਤਾ ਹੱਲ। ਏਜੀ ਸਾਹਿਬ ਜਿਹੜੇ ਨੇ ਜਾ ਕੇ ਉਹਨੂੰ ਜਿਹੜਾ ਡਿਫੈਂਡ ਕਰਨ, ਵਧੀਆ ਤਰੀਕੇ ਨਾਲ ਡਿਫੈਂਡ ਕਰਨ, ਉਹਦਾ ਜਿਹੜਾ ਪੁਖਤਾ ਹੱਲ ਜਿਹੜਾ ਉਹ ਕੱਢਿਆ ਜਾ ਸਕਦਾ ਹੈ। ਸਰਕਾਰ ਕਿਤੇ ਨਾ ਕਿਤੇ ਇਸ ਚੀਜ਼ ਤੇ ਜਿਹੜੀ ਅਣਦੇਖੀ ਹੈ ਸਰਕਾਰ ਵੱਲੋਂ ਜਿਹੜੀ ਉਹ ਕੀਤੀ ਜਾ ਰਹੀ ਹੈ। ਏਜੀ ਸਾਹਿਬ ਉਸ ਤਰੀਕੇ ਨਾਲ ਪੱਖ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਨਹੀਂ ਰੱਖਿਆ ਜਾ ਰਿਹਾ। ਸੰਦੀਪ, ਤੁਹਾਡੇ ਵੱਲੋਂ ਇਹ ਵੀ ਐਲੀਗੇਸ਼ਨ ਲਾਇਆ ਗਿਆ ਕਿ ਸਰਕਾਰ ਕੋਈ ਨਾ ਕੋਈ ਲੂਪਹੋਲ ਜਾਣਬੁੱਝ ਕੇ ਛੱਡ ਦਿੰਦੀ ਹੈ, ਜਿਹੜਾ ਹਾਈ ਕੋਰਟ 'ਚ ਜਾ ਕੇ ਮਸਲਾ ਫਸ ਦਿੰਦਾ, ਚੈਲੰਜ ਹੋ ਜਾਂਦਾ ਹੈ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ? ਦੇਖੋ, 2364 ਪੋਸਟਾਂ ਸੀ, 6635 ਪੋਸਟਾਂ, 22 ਪੋਸਟਾਂ, ਅੱਜ 9000 ਤੋਂ ਅਬਵ ਪੋਸਟਾਂ ਨੇ ਜਿਹੜੀਆਂ ਕੋਰਟ ਦੇ ਵਿੱਚ ਫਸੀਆਂ ਹੋਈਆਂ ਨੇ। ਇਹਦੇ ਵਿੱਚ ਕੱਲੀ ਈਟੀਟੀ ਦੀ ਨਹੀਂ, ਤੁਸੀਂ 8393 ਕੱਚੇ ਅਧਿਆਪਕਾਂ ਦੇ ਲਾ ਲਓ, ਉਸ ਤੋਂ ਬਾਅਦ ਤੁਸੀਂ ਪੰਜਾਬ ਪੁਲਿਸ ਦੀਆਂ ਲਾ ਲਓ, ਉਸ ਤੋਂ ਬਾਅਦ ਤੁਸੀਂ ਪਟਵਾਰੀਆਂ ਦਾ ਲਾ ਲਓ, ਉਸ ਤੋਂ ਬਾਅਦ ਤੁਸੀਂ ਜਿੰਨੀਆਂ ਵੀ ਇਹਨਾਂ ਨੇ ਭਰਤੀਆਂ ਕੱਢੀਆਂ ਨੇ ਸਾਰੀਆਂ ਹੀ ਕੋਰਟ ਦੇ ਵਿੱਚ ਫਸੀਆਂ ਹੋਈਆਂ ਨੇ। ਮਤਲਬ ਇਹਦੇ ਤੋਂ ਮਤਲਬ ਇਹ ਨਿਕਲਦਾ ਕਿਤੇ ਨਾ ਕਿਤੇ ਉਹਦੇ 'ਚ ਲੂਜ਼ ਪੁਆਇੰਟ ਜਿਹੜਾ ਸਰਕਾਰ ਵੱਲੋਂ ਹੀ ਛੱਡਿਆ ਗਿਆ। ਆਪਦੇ ਸਰਕਾਰ ਆਪਣੇ ਗੱਲ ਤੋਂ ਜਿਹੜਾ ਫਾਇਆ ਜਾਂ ਰੱਸਾ ਕੱਢਣਾ ਚਾਹੁੰਦੀ ਹੈ ਕਿ ਅਸੀਂ ਤਾਂ ਜਿਹੜੀ ਹੈ ਐਡਵਰਟਾਈਜ਼ਮੈਂਟ ਦੇ ਦਿੱਤੀ ਹੈ, ਉਹ ਕੋਰਟ ਦੇ ਵਿੱਚ ਜਾ ਕੇ ਫਸ ਗਈ, ਦੱਸੋ ਅਸੀਂ ਕੀ ਕਰੀਏ। ਲੇਕਿਨ ਸਰਕਾਰ ਇੱਕ ਮਾਈ ਬਾਪ ਦੀ ਤਰ੍ਹਾਂ ਕੰਮ ਕਰਦੀ ਹੈ, ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਪਊਗਾ। ਜਿੰਨੀਆਂ ਪੋਸਟਾਂ ਨੇ ਇਹਨੂੰ ਕੋਰਟ ਦੇ ਵਿੱਚ ਡਿਫੈਂਡ ਕਰਕੇ ਜੀ ਸਾਹਿਬ ਵੱਲੋਂ ਜਿਹੜੀਆਂ ਪੋਸਟਾਂ ਨੂੰ ਪੂਰ ਜਿਹੜਾ ਉਹ ਚੜਾਉਣਾ ਪਊਗਾ। ਮੈਂ ਪਿਛਲੀ ਸਰਕਾਰ ਦੀ ਗੱਲ ਕਰਦਿਆਂ ਜਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰਦਿਆਂ, ਪਿੱਛੇ ਅਕਾਲੀ ਸਰਕਾਰ ਰਹੀ, ਉਸ ਤੋਂ ਬਾਅਦ ਕਾਂਗਰਸ ਸਰਕਾਰ ਰਹੀ,
ਸੀ ਉਹ ਉਹਨਾਂ ਸਰਕਾਰਾਂ ਵੱਲੋਂ ਉਹਨਾਂ ਭਰਤੀਆਂ ਦੇ ਉੱਪਰ ਵੀ ਜਿਹੜੇ ਕੇਸ ਲੱਗੇ, ਉਹਨਾਂ ਭਰਤੀਆਂ ਦੇ ਉੱਪਰ ਵੀ ਕੇਸ ਲੱਗੇ, ਲੇਕਿਨ ਉਹਨਾਂ ਕੇਸਾਂ ਨੂੰ ਜਿਹੜਾ ਡਿਫੈਂਡ ਕੀਤਾ ਗਿਆ ਜੀ ਸਾਹਿਬ ਵੱਲੋਂ, ਔਰ ਜਿਹੜਾ ਇੱਕ ਜਿਹੜਾ ਸਰਕਾਰ ਵੱਲੋਂ ਡਿਫੈਂਡ ਕਰਕੇ ਜਿਹੜਾ ਉਹਦਾ ਹੱਲ ਹੈ ਜਿਹੜਾ ਉਹ ਕੱਢਿਆ ਗਿਆ। ਬਿਲਕੁਲ ਠੀਕ ਹੈ। ਸਵਾਲ ਇਹ ਖੜਾ ਹੁੰਦਾ, ਮੈਂ ਜਦੋਂ ਇਹਨਾਂ ਕੇਸਾਂ ਦੇ ਪਿਛੋਕੜ ਚੈੱਕ ਕਰ ਰਿਹਾ ਸੀ ਤਾਂ ਬੜੀ ਹੈਰਾਨਗੀ ਹੋਈ, ਇੱਕ ਸਾਲ ਤੋਂ ਕੇਸ ਪੈਂਡਿੰਗ ਨੇ, 1 ਸਾਲ ਹੋ ਗਿਆ, ਇਸ ਤੇ ਕੋਈ ਕਾਰਵਾਈ ਨਹੀਂ ਹੋ ਪਾ ਰਹੀ। ਇਹ ਕਿਵੇਂ ਪੋਸੀਬਲ ਹੋ ਸਕਦਾ? ਪਹਿਲਾਂ ਸਰਕਾਰ ਨੇ ਪੋਸਟਾਂ ਕੱਢੀਆਂ, ਉਹ ਚੈਲੰਜ ਹੋ ਗਈਆਂ, ਉੱਤੇ ਹੋਲਡ ਲੱਗ ਗਿਆ, ਦੁਬਾਰਾ ਪੋਸਟਾਂ ਕੱਢੀਆਂ, ਉੱਤੇ ਹੋਲਡ ਲੱਗ ਗਿਆ, ਤੀਜੀ ਵਾਰ ਪੋਸਟਾਂ ਕੱਢੀਆਂ, ਫਿਰ ਹੋਲਡ ਲੱਗ ਗਿਆ। ਫਿਰ ਅਜਿਹੇ ਦੇ ਵਿੱਚ ਹੈਰਾਨਗੀ ਜ਼ਰੂਰ ਹੁੰਦੀ ਹੈ ਕਿ ਸਾਡੀਆਂ ਇਹ ਜਿਹੜੀ ਚਾਰਾਜੋਈ ਏਜੀ ਸਾਹਿਬ, ਐਡੀਸ਼ਨਲ ਏਜੀ ਸਾਹਿਬ, ਇਹ ਕੀ ਕਰ ਰਹੇ ਨੇ? ਇਹ ਚੀਜ਼ਾਂ ਨੂੰ ਵੇਖਣਾ ਤਾਂ ਇਹਨਾਂ ਦਾ ਕੰਮ ਹੈ, ਪੂਰਾ ਮਹਿਕਮਾ ਇੱਕ ਬਣਾਇਆ ਗਿਆ, ਉਹ ਇਹਨਾਂ ਕੰਮਾਂ ਲਈ ਹੀ ਬਣਾਇਆ ਜਾਂਦਾ। ਡਾਕਟਰ ਧੀਰਜ ਕੁਮਾਰ ਦੁਬਾਰਾ ਕੋਸ਼ਿਸ਼ ਕਰਦੇ ਹਾਂ ਜੇ ਮੇਰੇ ਨਾਲ ਜੁੜ ਗਏ ਨੇ। ਡਾਕਟਰ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਚਲੋ ਡਾਕਟਰ ਧੀਰਜ ਕੋਲ ਦੁਬਾਰਾ ਫਿਰ ਜਾਵਾਂਗੇ। ਅਰੁਣਦੀਪ ਸਿੰਘ ਤੀਜੀ ਵਾਰ ਲਗਾਤਾਰ ਸਾਡੀ ਇਸ ਡਿਬੇਟ ਦਾ ਹਿੱਸਾ ਬਣ ਰਹੇ ਨੇ, ਔਰ ਜਿਵੇਂ ਹਰ ਵਾਰ ਇਹ ਕਹਿੰਦੇ ਨੇ ਕਿ ਸਾਨੂੰ ਤਰੀਕ ਦਿੱਤੀ ਜਾਂਦੀ ਹੈ, ਕਦੇ 10 ਤਰੀਕ, ਕਦੇ 15 ਤਰੀਕ, ਕਦੇ 20 ਤਰੀਕ, ਔਰ ਇਹ ਕਿਹਾ ਜਾਂਦਾ ਕਿ ਤੁਹਾਨੂੰ ਜਲਦੀ ਹੀ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ। ਚਲੋ ਬਾਕੀਆਂ ਤਾਂ ਤੇ ਗੱਲ ਸਮਝ ਆਉਂਦੀ ਹੈ ਕਿ ਉਹਨਾਂ ਦੀਆਂ ਪੋਸਟਾਂ ਨਿਕਲਣੀਆਂ, ਨੋਟੀਫਿਕੇਸ਼ਨ ਜਾਰੀ ਹੋਣਾ, ਤਾਂ ਉਸ ਤੋਂ ਬਾਅਦ ਕਾਨੂੰਨੀ ਚਾਰਾਜੋਈ ਅੱਗੇ ਵਧੇਗੀ। ਪਰ ਇਹ ਟੀਚਰ ਅਜਿਹੇ ਨੇ ਜਿਨ੍ਹਾਂ ਦਾ ਨੋਟੀਫਿਕੇਸ਼ਨ ਵੀ ਹੋ ਗਿਆ, ਸਾਰਾ ਕੁਝ ਹੋ ਗਿਆ, ਕਾਨੂੰਨੀ ਤੌਰ ਤੇ ਮੋਹਰ ਵੀ ਲੱਗ ਗਈ, ਤਾਂ ਵੀ ਇਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਹਾਂਜੀ ਤੁਸੀਂ ਦੱਸੋ, ਹਾਲੇ ਤੱਕ ਕੋਈ ਸਮੱਸਿਆ ਹੱਲ ਹੋ ਪਾਈ ਕਿ ਨਹੀਂ ਹੋ ਪਾਈ? ਹਰਪ੍ਰੀਤ ਜੀ, ਸਮੱਸਿਆ ਤਾਂ ਇਸ ਤਰ੍ਹਾਂ ਜੀ ਵੀ 29 ਤਰੀਕ ਨੂੰ ਸਾਡੀ ਪ੍ਰਿੰਸੀਪਲ ਸੈਕਟਰੀ ਹੁਸਨ ਲਾਲ ਜੀ ਨਾਲ ਮੀਟਿੰਗ ਹੋਈ। ਉਹਦੇ ਵਿੱਚ ਉਹਨਾਂ ਨੇ ਫਿਰ ਜਿਵੇਂ ਪੁਰਾਣਾ ਮੀਟਿੰਗਾਂ ਦਾ ਮੈਂ ਜ਼ਿਕਰ ਕੀਤਾ ਸੀ ਪਹਿਲਾਂ, ਕਿ ਉਹਨਾਂ ਨੇ ਕਿਹਾ ਕਿ 2 ਜਾਂ 3 ਦਿਨਾਂ ਦੇ ਵਿੱਚ ਤੁਹਾਡਾ ਮਸਲਾ ਮੈਂ ਹੱਲ ਕਰ ਦਾਂਗਾ। ਅਸੀਂ 3 ਦਿਨ ਡੀਕਦੇ ਰਹੇ, 4 ਦਿਨ ਡੀਕਦੇ ਰਹੇ, ਅੱਜ ਹਫਤਾ ਵੀ ਹੋ ਗਿਆ ਤੇ ਮਸਲਾ ਹੱਲ ਨਹੀਂ ਹੋਇਆ। ਤੇ ਤੁਸੀਂ ਇਹ ਦੇਖ ਲਓ ਕਿ 2010 ਦਾ ਨੋਟੀਫਿਕੇਸ਼ਨ ਹੋਇਆ ਪਿਆ, 2010 ਦੇ ਅਪਾਇੰਟਮੈਂਟ ਲੈਟਰ ਮਿਲੇ ਪਏ ਆ, ਨੌਕਰੀ ਅਸੀਂ ਕਰ ਰਹੇ ਆ, ਪਰ ਉਹਦੇ ਵਿੱਚ ਜੋ ਨੋਟੀਫਿਕੇਸ਼ਨ ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਨਾਲ ਨਿਕਲਿਆ ਹੋਵੇ, ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਹੋਵੇ, ਔਰ ਉਸ ਤੋਂ ਬਾਅਦ ਅਪਾਇੰਟਮੈਂਟ ਲੈਟਰ ਵੀ ਜਾਰੀ ਕੀਤੇ ਹੋਣ, ਅਪਾਇੰਟਮੈਂਟ ਲੈਟਰ ਜਾਰੀ ਕਰਨ ਤੋਂ ਬਾਅਦ 2-4 ਸਾਲ ਅਸੀਂ ਉਹ ਸਾਰੇ ਲਾਭ ਲੈਂਦੇ ਵੀ ਰਹੇ ਹੋਈਏ, ਤੇ ਇਹ ਸਰਕਾਰ ਨੇ ਆ ਕੇ ਸਾਰੇ ਲਾਭ ਰੋਕਤੇ। ਅਸੀਂ ਸਰਕਾਰ ਕੋਲੋਂ ਇਹਦਾ ਕਾਰਨ ਕੀ ਦੱਸਿਆ? ਇਹਦੇ ਪਿੱਛੇ ਲੌਜਿਕ ਕੀ ਹੈ? ਇਹਦੇ ਪਿੱਛੇ ਲੌਜਿਕ ਇਹ ਉਹ ਦੱਸਦੇ ਕਿ ਤੁਹਾਡੀਆਂ ਭਰਤੀਆਂ ਗਲਤ ਤਰੀਕੇ ਨਾਲ ਹੋਈਆਂ। ਨਹੀਂ ਜੀ, ਉਹ ਇਹ ਨਹੀਂ ਕਹਿ ਰਹੇ, ਉਹ ਇਹ ਕਹਿ ਰਹੇ ਕਿ ਭਰਤੀ ਤੋਂ ਕਹਿ ਚੈਲੰਜ ਕਰ ਹੀ ਨਹੀਂ ਸਕਦੇ ਸਾਡੀ, ਕਿਉਂਕਿ ਸਾਡਾ ਪ੍ਰੋਪਰ ਟੈਸਟ ਲੈ ਕੇ ਹੋਇਆ, ਸਾਰੇ ਬੀਟੈਕ, BCA, MCA ਸਾਰੇ ਬੰਦੇ ਵੈਲ ਕੁਆਲੀਫਾਈਡ ਆ। ਕਹਿੰਦੇ ਜੀ ਬੜੀ ਹਾਸੋਹੀਣੀ ਗੱਲ ਆ ਕਿ ਸਰਕਾਰ ਨੇ ਫੈਸਲਾ ਹੀ ਗਲਤ ਕਰਤਾ। ਅਸੀਂ ਕਹੇ ਜੀ ਸਰਕਾਰ ਨੇ ਫੈਸਲਾ ਗਲਤ ਕਰਤਾ, ਕੈਬਨਿਟ ਨੇ ਗਲਤ ਕਰਤਾ, ਰਾਜਪਾਲ ਨੇ ਵੀ ਨੋਟੀਫਿਕੇਸ਼ਨ ਗਲਤ ਕਰਤਾ, ਬੜੀ ਕਮਾਲ ਦੀ ਗੱਲ ਹੈ। ਚਲੋ ਜੇ ਗਲਤ ਕਰਤਾ ਤੁਸੀਂ ਸਹੀ ਫੈਸਲਾ ਕਰ ਦਿਓ, ਕਿਉਂਕਿ ਕਰਮਚਾਰੀ ਨੂੰ, ਮੁਲਾਜ਼ਮ ਨੂੰ ਜੋ ਤੁਸੀਂ ਅਪਾਇੰਟਮੈਂਟ ਲੈਟਰ ਦੇਤਾ, ਉਹ ਅਪਾਇੰਟਮੈਂਟ ਲੈਟਰ ਲਾਗੂ ਕਰਨਾ ਜਿਹੜਾ ਵਾ ਉਹ ਸਰਕਾਰ ਦਾ ਫਰਜ਼ ਆ, ਉਹ ਵਿਭਾਗ ਦਾ ਫਰਜ਼ ਆ। ਅੱਛਾ, ਬਿਨਾਂ ਕਿਸੇ ਲਿਖਤੀ, ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਅੱਜ ਤੱਕ ਕਦੀ ਵੀ ਲਿਖਤੀ ਦੇ ਵਿੱਚ ਕੋਈ ਵੀ ਲਾਭ ਨਹੀਂ ਰੋਕਿਆ ਗਿਆ। ਵਰਬਲੀ ਆਰਡਰ ਜਾਰੀ ਕਰ ਦਿੰਦੇ DOJ ਨੂੰ ਜਾਂ ਡਾਇਰੈਕਟਰ ਜਨਰਲ ਐਜੂਕੇਸ਼ਨ ਥੱਲੇ ਕਰ ਦਿੰਦਾ ਆਪਣਿਆਂ ਨੂੰ ਕਿ ਇਹਨਾਂ ਨੂੰ ਆ ਫਲਾਨੀ ਚੀਜ਼ ਨਹੀਂ ਦੇਣੀ। ਹੁਣ ਜੇ ਪੇ ਕਮਿਸ਼ਨ ਸਾਰੇ ਮੁਲਾਜ਼ਮਾਂ ਤੇ ਲਾਗੂ ਹੋਇਆ, ਕੰਪਿਊਟਰ ਅਧਿਆਪਕਾਂ ਤੇ ਰੋਕਤਾ। ਬੜੀ ਤਰਾਸਦੀ ਦੀ ਗੱਲ ਆ ਪੰਜਾਬ ਦੇ ਅਧਿਆਪਕਾਂ ਨੇ। ਕਿੰਨੇ ਕੰਪਿਊਟਰ ਅਧਿਆਪਕ? 7000 ਕੰਪਿਊਟਰ ਅਧਿਆਪਕ। 7000? ਇਹ ਸਾਰਿਆਂ ਤੇ ਹੀ ਐਵੇਂ ਹੋਇਆ? ਹਾਂ, ਸਾਰਿਆਂ ਤੇ ਐਵੇਂ ਹੋਇਆ ਜੀ। ਈਵਨ ਮੈਂ ਤੁਹਾਨੂੰ ਦੱਸਦਾ ਜੀ, ਸਾਡੇ ਨਿਯੁਕਤੀ ਪੱਤਰਾਂ ਦੇ ਵਿੱਚ ਪੰਜਾਬ ਸਿਵਲ ਸਰਵਿਸਿਜ਼ ਨਿਯਮ ਲਾਗੂ ਆ, ਤੇ ਉਹਦੇ ਵਿੱਚ ਜੇ ਕਿਸੇ ਅਧਿਆਪਕ ਦੀ ਮੌਤ ਹੋ ਜਾਵੇ ਤਾਂ ਉਹਨੂੰ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣੀ ਬਣਦੀ ਆ। ਇੱਥੇ ਮੈਂ ਤੁਹਾਨੂੰ ਦੱਸਦਾ ਜੀ, ਬੜੀ ਵੱਡੀ ਤਰਾਸਦੀ ਆ ਕਿ ਈਵਨ ਡਿਊਟੀ ਤੇ ਵੀ ਸਾਡੇ ਪਿੱਛੇ ਜੇ ਅਧਿਆਪਕਾਂ ਦੀ ਮੌਤ ਹੋਈ ਆ। ਇੱਕ ਅਧਿਆਪਕ ਦੀ ਕਰੋਨਾ ਡਿਊਟੀ ਲਗਾ ਦਿੱਤੀ ਸੀ, ਉਹ ਕਰੋਨਾ ਡਿਊਟੀ ਦੌਰਾਨ ਡਿਊਟੀ ਕਰਦੇ ਕਰਦੇ ਉਸ ਨੂੰ ਕਰੋਨਾ ਹੋ ਗਿਆ, ਕਰੋਨਾ ਤੋਂ ਬਾਅਦ ਉਸ ਦੀ ਮੌਤ ਹੋ ਗਈ, ਤੇ ਉਸ ਨੂੰ ਵੀ 1 ਰੁਪਿਆ ਵੀ ਸਰਕਾਰ ਵੱਲੋਂ ਨਾ ਤਾਂ ਉਹ ਵਿੱਤੀ ਮਦਦ ਦਿੱਤੀ ਗਈ, ਨਾ ਬਾਂਹ ਫੜੀ ਗਈ, ਨਾ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ। ਚਲੋ ਮੈਂ 1 ਮਿੰਟ ਵਾਪਸ ਆਣਾ ਤੁਹਾਡੇ ਕੋਲ ਵੀ ਜਾਣਕਾਰੀ ਲੈਂਦੇ ਰਾਂਗੇ। ਡਾਕਟਰ ਸਾਹਿਬ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜ ਗਏ। ਡਾਕਟਰ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਡਾਕਟਰ ਧੀਰਜ ਕੁਮਾਰ। ਹਾਂਜੀ ਸਰ, ਆ ਰਹੀ ਹੈ। ਡਾਕਟਰ ਸਾਹਿਬ ਸਵਾਲ ਇੱਕ ਜ਼ਰੂਰ ਖੜਾ ਹੁੰਦਾ ਹੈ, ਇਹ ਖੜਾ ਹੁੰਦਾ ਹੈ ਕਿ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਸਿਹਤ ਕਾਮਿਆਂ ਤੋਂ ਬਿਨਾ ਸਰਦਾ ਨਹੀਂ ਹੈ। ਤੁਸੀਂ ਸੜਕਾਂ ਤੇ ਬੈਠੇ ਹੋ, ਧਰਨੇ ਲਾ ਰਹੇ ਹੋ, ਖਰੜ ਚੰਡੀਗੜ੍ਹ ਫਲਾਈਓਵਰ ਵੀ ਤੁਸੀਂ ਰੋਕਿਆ, ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਬਣੇ ਉਹ ਸਾਰਿਆਂ ਨੇ ਦੇਖੇ ਨੇ ਕਿ ਇਹਨਾਂ ਚੀਜ਼ਾਂ ਤੋਂ ਬਿਨਾ ਕੰਮ ਸਰਦਾ ਨਹੀਂ, ਨੈਗੋਸੀਏਸ਼ਨ ਦੇ ਨਾਲ ਗੱਲ ਨਹੀਂ ਬਣਦੀ। ਸਿਹਤ ਮੰਤਰੀ ਲਗਾਤਾਰ ਕਹਿ ਰਹੇ ਨੇ ਕਿ ਸਾਡੇ ਦਰਬਾਰ ਖੁੱਲੇ ਨੇ, ਜਿਵੇਂ ਮਰਜ਼ੀ ਆਣ, ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਹਾਂਜੀ ਸਰ, ਇਦਾਂ ਸਰ ਪਹਿਲਾਂ ਤਾਂ ਥੈਂਕ ਯੂ PTC ਨਿਊਜ਼ ਦਾ, ਹਰਪ੍ਰੀਤ ਜੀ ਤੁਹਾਡਾ, ਬਾਕੀ ਜਿੰਨੇ ਵੀ ਮਾਣਯੋਗ ਇੱਥੇ ਤੁਹਾਡੇ ਨਾਲ ਪੈਨਲ ਦੇ ਵਿੱਚ ਬੰਦੇ ਬੈਠੇ ਨੇ ਸਾਰਿਆਂ ਲਈ
ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਚਾਹੁੰਦਾ ਆ ਵੀ ਸਾਡੇ ਜਿਹੜੇ NRHM ਦੇ ਮੁਲਾਜ਼ਮ ਹੈ ਪਿਛਲੇ ਕਰੀਬ 15 ਸਾਲ ਤੋਂ ਸਿਹਤ ਵਿਭਾਗ ਦੇ ਵਿੱਚ ਪੰਜਾਬ ਰਾਜ ਦੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਆ ਦਿਨ ਰਾਤ ਇੱਕ ਕਰਕੇ ਜੀ। ਇਹਨਾਂ ਨੂੰ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਇਹ ਆ ਵੀ ਇਹਨਾਂ ਦੇ ਨਾਲ ਇੱਕ ਮਤੇਰੀ ਮਾਂ ਵਾਲਾ ਵਤੀਰਾ ਕੀਤਾ ਜਾਂਦਾ ਹੈ। ਇੱਕ ਪਾਸੇ ਸੇਮ ਕੁਆਲੀਫਿਕੇਸ਼ਨ ਵਾਲੇ ਬੰਦੇ ਨੂੰ ਪੰਜਾਬ ਸਰਕਾਰ ਰੈਗੂਲਰ ਪੋਸਟ ਦੇ ਉੱਤੇ ਜੇ 50,000 ਤੇ ਰੱਖਦੀ ਆ ਤੇ ਉਹੀ ਪੋਸਟ ਦੇ ਉੱਤੇ ਇਸ NRH ਵਿਭਾਗ 'ਚ ਪੇਮੈਂਟ ਉੱਥੇ ਬੰਦੇ ਨੂੰ 10 ਤੋਂ 15,000 ਤੇ ਰੱਖਦੀ ਹੈ। ਹੁਣ ਇੱਕ ਗ੍ਰੈਜੂਏਟ ਮਾਸਟਰ ਡਿਗਰੀ ਵਾਲੇ ਬੰਦੇ ਨੂੰ 6-6 7-7 8-8,000 ਤੇ ਰੱਖਿਆ ਜਾਵੇ ਤੇ ਪੰਜਾਬ ਸਰਕਾਰ ਇਸ ਚੀਜ਼ ਨੂੰ ਕੀ ਕਿਉਂ ਕਰਨਾ ਚਾਹੁੰਦੀ ਆ। ਅਸੀਂ ਪਿਛਲੇ 10-12 ਸਾਲਾਂ ਤੋਂ ਬਾਰ-ਬਾਰ ਰੌਲਾ ਪਾ ਰਹੇ ਆ, ਆਪਣੇ ਬਲਾਕ ਪੱਧਰ ਦੇ ਉੱਤੇ ਹੜਤਾਲਾਂ ਕਰ ਰਹੇ ਆ, ਮੀਟਿੰਗਾਂ ਵੀ ਕਰ ਰਹੇ ਆ, ਬਾਰ-ਬਾਰ ਇਹਨਾਂ ਦੇ ਅਫਸਰਾਂ ਕੋਲ ਜਾ ਕੇ ਕਹਿ ਰਹੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਪਿਛਲੇ ਵਾਰ ਕਾਂਗਰਸ ਸਰਕਾਰ ਦੇ ਵੇਲੇ ਵੀ ਏਦਾਂ ਹੀ ਹੋਇਆ ਸੀ ਜਦੋਂ ਕੰਟਰੈਕਚੁਅਲ ਅਪਲਾਈ ਕਰਕੇ ਗਏ ਸੀ। ਅਕਾਲੀ ਸਰਕਾਰ ਰਹੀ, ਉਹਨਾਂ ਨੇ ਸਾਡੀ ਕੋਈ ਗੱਲ ਸੁਣੀ, ਉਹਨਾਂ ਨੇ ਪੰਜਾਬ ਕੰਟਰੈਕਚੁਅਲ ਰੈਗੂਲਰਾਈਜੇਸ਼ਨ ਬਿੱਲ ਬਣਾਇਆ ਜੀ। ਸਾਡੇ ਇਹਨਾਂ ਦੇ ਮੁਲਾਜ਼ਮ ਪਰ ਕੈਪਟਨ ਸਾਹਿਬ ਨੇ ਹੁੰਦਿਆਂ ਵੀ ਕੀਤਾ ਜਿਹੜਾ ਬਿੱਲ ਸੀਗਾ ਉਹਨੂੰ ਇਹਨਾਂ ਨੇ ਲਾਗੂ ਨਹੀਂ ਕੀਤਾ। ਕਹਿੰਦੇ ਇਹਦੇ ਵਿੱਚ ਕੁਝ ਸ਼ਾਰਟਕਮਿੰਗ ਦਾ ਅਸੀਂ ਉਹਨੂੰ ਰੈਕਟੀਫਾਈ ਕਰਾਂਗੇ ਫਿਰ 4.5 ਸਾਲ ਉਹ ਸ਼ੁਰੂ ਨਹੀਂ ਕੀਤੀ। ਹੁਣ ਕੈਪਟਨ ਸਾਹਿਬ ਨੇ ਚੰਨੀ ਸਾਹਿਬ ਆ ਗਏ, ਚੰਨੀ ਸਾਹਿਬ ਕਹਿੰਦੇ 37,000 ਅਪਲਾਈ ਕੀਤਾ। ਹੁਣ ਤੁਸੀਂ ਹਰ ਕੋਲ ਦੇਖੋ ਕਿ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਰਦੇ, ਹੈਲਥ ਡਿਪਾਰਟਮੈਂਟ ਆਊਟ ਕਰਦੇ, ਆਪਣੇ ਵਾਟਰ ਐਂਡ ਸੈਨੀਟੇਸ਼ਨ ਆਪਣੇ PRCC ਵਾਲੇ ਹੋ ਗਏ, ਆਓ ਸਾਰੀ ਸੜਕਾਂ ਤੇ ਨੇ। ਜੇ 36,000 ਮੁਲਾਜ਼ਮ ਪੱਕੇ ਕੀਤੇ ਜਾਂਦੇ ਹੁੰਦੇ ਤਾਂ ਸ਼ਾਇਦ ਐਡਾ ਕੁਝ ਹੁੰਦਾ ਹੀ ਨਾ, ਪੰਜਾਬ ਦੇ ਵਿੱਚ ਇੰਨਾ ਕਿਆਸ ਹੁੰਦਾ ਹੀ ਨਾ। ਮੈਂ ਡਾਕਟਰ ਸਾਹਿਬ ਵਾਪਸ ਤੁਹਾਡੇ ਕੋਲ ਆਉਣਾ, ਇੱਕ ਮਿੰਟ ਮੈਂ ਰੇਸ਼ਮ ਸਿੰਘ ਗਿੱਲ ਹੋਰਾਂ ਤੋਂ ਇੱਕ ਰਿਐਕਸ਼ਨ ਲੈ। ਗਿੱਲ ਸਾਹਿਬ, ਇਹ ਜਿਹੜਾ ਅੱਜ ਤੁਸੀਂ ਧਰਨੇ ਤੇ ਚਲੇ ਗਏ ਹੋ, ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਹੋ, ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ, ਟਰਾਂਸਪੋਰਟ ਮੰਤਰੀ ਦੇ ਨਾਲ ਕੋਈ ਗੱਲਬਾਤ ਹੋਈ? ਕਿਉਂਕਿ ਇਦਾਂ ਤਾਂ ਸਾਰਾ ਪੰਜਾਬ ਖੜ ਜਾਏਗਾ, ਰੋਜ਼ਮर्रा ਦੀ ਜ਼ਿੰਦਗੀ ਖੜ ਜਾਏਗੀ। ਲੋਕਾਂ ਨੇ ਰੋਜ਼ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੈ, ਸਰਕਾਰੀ ਬੱਸਾਂ ਦੇ ਵਿੱਚ ਜਾਣਾ ਹੈ। ਜਿਹੜੀ ਮੁਫਤ ਸਹੂਲਤ ਦਿੱਤੀ ਗਈ ਹੈ ਔਰਤਾਂ ਨੂੰ, ਉਹ ਵੀ ਠੰਡੇ ਬਸਤੇ ਦੇ ਵਿੱਚ ਪੈ ਗਈ ਹੁਣ, ਕਿਉਂਕਿ ਪ੍ਰਾਈਵੇਟ ਬੱਸਾਂ ਦੇ ਵਿੱਚ ਤੁਹਾਨੂੰ ਟਿਕਟ ਲੱਗੇਗੀ, ਸਰਕਾਰੀ ਬੱਸਾਂ ਚੱਲ ਨਹੀਂ ਰਹੀਆਂ। ਦੇਖੋ ਜੀ, ਜਿੱਥੇ ਸਰਕਾਰ ਦੀ ਗੱਲ ਕਰਦੇ ਤੁਸੀਂ ਗੱਲਬਾਤ ਚ ਪੈਣ ਦੀ, ਸਰਕਾਰ ਤਾਂ ਉਲਟਾ ਸਾਡੇ ਤੇ ਪਰਚੇ ਲੈ ਕੇ ਆਈ ਹੈ ਕਿ ਪਰਚੇ ਕਰਾਂਗੇ ਤੁਹਾਡੇ ਤੇ, ਨੌਕਰੀਆਂ ਕੱਢਣ ਦੀ ਧਮਕੀ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ, ਨਾ ਕਿ ਗੱਲਬਾਤ ਕੀਤੀ ਜਾ ਰਹੀ ਹੈ। ਪਹਿਲਾਂ ਹੀ ਸਾਡੇ ਤੇ ਪਰਚੇ ਦਰਜ ਕਰਾਏ ਗਏ, ਅਣਪਛਾਤੇ ਵਿਅਕਤੀ ਕਹਿ ਕੇ ਸਾਡੇ ਤੇ ਪਰਚੇ ਦਰਜ ਕੀਤੇ ਗਏ। ਉਲਟਾ ਸਾਡੇ ਉੱਤੇ ਹੁਣ ਨੌਕਰੀਆਂ ਕੱਢਣ ਦੀ ਗੱਲ ਆ ਰਹੀ ਆ। ਤੇ ਜਿਹੜੇ ਮੁਲਾਜ਼ਮ ਭਰਤੀ ਕੀਤੇ ਗਏ ਸੀ ਪ੍ਰੋਪਰ ਚੈਨਲ, ਸਰਕਾਰ ਕਹਿੰਦੀ ਆ ਵੀ ਉਹ ਸਾਡੇ ਮੁਲਾਜ਼ਮ ਹੀ ਨਹੀਂ, ਉਸ ਦੇ ਉਲਟ ਕੀ ਕਰ ਰਹੀ ਹੈ ਸਰਕਾਰ ਕਿ ਚੱਕ ਕੇ ਘਰੋਂ ਸਿੱਧੇ ਬੰਦੇ ਨੂੰ ਲਿਆ ਕੇ ਕਿਸੇ ਨੂੰ ਕਿ ਤੇਰੇ ਕੋਲ ਡਰਾਈਵਰੀ ਲਾਇਸੈਂਸ ਹੈਗਾ, ਤੂੰ ਆ ਜਾ ਹੜਤਾਲ 'ਚ ਗੱਡੀ ਚਲਾ। ਕਹਿਣ ਤੋਂ ਭਾਵ ਕੋਈ ਟੈਸਟ ਨਹੀਂ ਲਿਆ ਜਾਂਦਾ ਉਹਦਾ ਡਰਾਈਵਰੀ, ਨਾ ਉਹਨੂੰ ਟ੍ਰੇਨਿੰਗ ਸਕੂਲ ਭੇਜਿਆ ਜਾ ਰਿਹਾ, ਸਿੱਧਾ ਹੀ ਉਹਨੂੰ ਰੂਟ ਤੇ ਭੇਜਣ ਦੀ ਗੱਲ ਕਰ ਰਿਹਾ ਸਾਡਾ ਟਰਾਂਸਪੋਰਟ ਮਿਨਿਸਟਰ। ਰਹੀ ਗੱਲ ਸਾਥੀ ਨੇ ਜਿਵੇਂ ਗੱਲ ਕੀਤੀ ਕਰੋਨਾ 'ਚ, ਸਾਡੇ ਸਾਥੀ ਵੀ ਕਰੋਨਾ 'ਚ 8 ਸਾਥੀਆਂ ਦੀ ਡੈਥ ਹੋਈ ਆ, ਪਰ ਸਰਕਾਰ ਨੇ ਕਿਸੇ ਨੂੰ ਕੋਈ ਲਾਭ ਨਹੀਂ ਦਿੱਤਾ। ਸਰਕਾਰ ਸਾਡੇ ਨਾਲ ਗੱਲਬਾਤ 'ਚ ਪੈਣ ਦੀ ਬਜਾਏ ਉਲਟਾ ਸਾਡੇ ਖਿਲਾਫ ਪਰਚੇ ਦਰਜ ਤੇ ਹੋਰ ਵੱਡੇ ਐਕਸ਼ਨ ਲੈ ਕੇ ਆ ਰਹੀ ਆ। ਸੋ ਕਲੀਅਰ ਹੈ ਕਿ ਟਰਾਂਸਪੋਰਟ ਮਿਨਿਸਟਰ ਜਿਹੜਾ ਕਹਿੰਦਾ ਮੈਂ ਅਦਾਰੇ ਨੂੰ ਬੜੇ ਵਧੀਆ ਤਰੀਕੇ ਨਾਲ ਚਲਾਉਣਾ, ਉਹ ਇਹਨੂੰ ਬੰਦ ਕਰਕੇ ਰਾਜੀ ਹੈ, ਚਲਾ ਕੇ ਨਹੀਂ ਰਾਜੀ। ਸੋ ਸਾਡੀ ਤਾਂ ਡਿਮਾਂਡ ਇਹੀ ਆ ਕਿ ਸਰਕਾਰ 10,000 ਸਰਕਾਰੀ ਬੱਸਾਂ ਕਰੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ, ਆਮ ਜਨਤਾ ਨੂੰ ਸਹੀ ਤਰੀਕੇ ਨਾਲ ਟਰਾਂਸਪੋਰਟ ਦੀ ਸਹੂਲਤ ਮਿਲ ਸਕੇ। ਸੋ ਅਸੀਂ ਉਸ ਮੰਗ ਨੂੰ ਲੈ ਕੇ ਅੱਜ ਵੀ ਬੈਠੇ ਆ, ਜਿੰਨੀ ਦੇਰ ਤੱਕ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਸਾਡੀ ਮਜਬੂਰੀ ਆ। ਠੀਕ ਹੈ ਸੰਦੀਪ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਵੀ ਹੁਣ ਸਰਕਾਰ ਦੇ ਹੱਥ ਵਸ ਕੀ ਹੈ? ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਮਾਮਲਾ ਕੋਰਟ ਦੇ ਵਿੱਚ ਹੈ, ਅਸੀਂ ਕੁਝ ਨਹੀਂ ਕਰ ਸਕਦੇ, ਸਾਡੇ ਹੱਥ ਵਸ ਕੁਝ ਨਹੀਂ ਹੈ। ਤੁਸੀਂ ਫਿਰ ਵੀ ਧਰਨਾ ਲਾ ਕੇ ਬੈਠੇ ਹੋ, ਹੜਤਾਲ ਕਰਕੇ ਬੈਠੇ ਹੋ, ਪਰ ਇਹ ਤਾਂ ਦੱਸੋ ਨਾ ਕਿ ਸਰਕਾਰ ਕੀ ਕਰੇ? ਤੁਹਾਡੇ ਕੋਲ ਕੋਈ ਸੁਜੈਸ਼ਨ ਹੈ ਕਿ ਸਰਕਾਰ ਲਈ? ਦੇਖੋ, ਸਰਕਾਰ ਲਈ ਸਾਡੇ ਕੋਲ ਇਹੀ ਸੁਜੈਸ਼ਨ ਹੈ ਕਿ 9 ਤਰੀਕ ਹੈ, 9 ਤਰੀਕ ਨੂੰ AG ਸਾਹਿਬ ਨੂੰ ਭੇਜਿਆ ਜਾਵੇ। ਠੀਕ ਹੈ, ਉਹ ਜਾ ਕੇ ਕੋਰਟ ਦੇ ਵਿੱਚ ਡਿਫੈਂਡ ਕਰਨ। ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਜਿਹੜੀ ETT ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਆਇਆ ਹੈ, ਜਾ ਕੇ ਮੁੱਖ ਮੰਤਰੀ ਸਾਹਿਬ ਵੱਲੋਂ ਕਿਹਾ ਗਿਆ ਰਾਜਸਥਾਨ ਦੇ ਕਿ ETT ਦੀ ਪੋਸਟ ਤੇ ETT ਵਾਲੇ ਹੀ ਲੱਗਣਗੇ, ਜਿਹੜਾ ਹੋਰ ਕੋਈ ਵੀ ਜਿਹੜਾ ETT ਦੀ ਪੋਸਟ ਤੇ ਜਿਹੜਾ ਨਹੀਂ ਲੱਗ ਸਕਦਾ, ਕਿਉਂਕਿ ETT ਵਾਲਿਆਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ 1st ਤੋਂ ਲੈ ਕੇ 5th ਤੱਕ, ਔਰ 6th ਤੋਂ ਲੈ ਕੇ +2 ਤੱਕ ਜਿਹੜੀ ਸੈਕੰਡਰੀ ਐਜੂਕੇਸ਼ਨ ਦੀ ਜਿਹੜੀ ਟ੍ਰੇਨਿੰਗ ਹੈ ਉਹ B.Ed ਵਾਲਿਆਂ ਨੂੰ ਦਿੱਤੀ ਜਾਂਦੀ ਹੈ। ਇਸ ਲਈ ਇਤਿਹਾਸ ਦੇ ਵਿੱਚ ਅੱਜ ਤੱਕ ਕਦੇ ਨਹੀਂ ਹੋਇਆ ਕਿ ETT ਦੀ ਪੋਸਟ ਤੇ ਕੋਈ B.Ed ਵਾਲਾ ਰੱਖਿਆ ਜਾਵੇ, ਇਸ ਲਈ ETT ਦੀ ਪੋਸਟ ਤੇ
ETT ਰੱਖਿਆ ਜਾਊਗਾ। ਇਸ ਤਰ੍ਹਾਂ ਦੀ ਜਿਹੜਾ ਆਰਗੂਮੈਂਟ ਜਿਹੜਾ ਜਾਂ ਇਸ ਤਰ੍ਹਾਂ ਦਾ ਇੱਕ ਪੱਖ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਜਿਹੜਾ ਮਾਨਯੋਗ ਨੂੰ ਜਿਹੜਾ ਪੇਸ਼ ਹੈ ਉਹ ਕਰਨਾ ਚਾਹੀਦਾ, ਸਿੱਖਿਆ ਮੰਤਰੀ ਸਾਹਿਬ ਨੂੰ ਜਿਹੜਾ ਪੇਸ਼ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਨੇ ETT ਦੇ ਹੱਕ ਦੇ ਵਿੱਚ ਨਾਅਰਾ ਮਾਰਿਆ ਕਿ ETT ਵਾਲਿਆਂ ਨੂੰ ਹੀ ETT ਦੀ ਪੋਸਟ ਤੇ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਔਰ ਇਸ ਤਰ੍ਹਾਂ ਦਾ ਜਿਹੜਾ ਹੱਲ ਹੈ ਉਹ ਜਿਹੜਾ ਕੱਢਿਆ ਜਿਹੜਾ ਉਹ ਜਾ ਸਕਦਾ ਹੈ। ਔਰ ਜਿਹੜੀ 2364 ਪੋਸਟਾਂ ਨੇ ਜਿਹਨੂੰ ਕਿ ਕੋਰਟ ਦੇ ਵਿੱਚ ਜਿਹੜਾ ਰੱਦ ਕਰ ਦਿੱਤਾ ਗਿਆ, ਉਹਨਾਂ ਪੋਸਟਾਂ ਦਾ ਰੀਨੋਟੀਫਾਈ ਕੀਤਾ ਜਾ ਸਕਦਾ ਹੈ। ਉਹਦਾ ਹੱਲ ਇਹ ਹੈ ਜੋ ਅਸੀਂ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ, ਉਹ ਮੀਟਿੰਗ ਦੇ ਵਿੱਚ ਬਕਾਇਦਾ ਅੱਧਾ ਪੌਣਾ ਘੰਟਾ ਮੀਟਿੰਗ ਚੱਲੀ ਔਰ ਮੀਟਿੰਗ ਦੇ ਵਿੱਚ ਬਕਾਇਦਾ ਅਸੀਂ ਦੱਸ ਕੇ ਆਏਗੇ ਵੀ ਇਸ ਤਰ੍ਹਾਂ ਹੱਲ ਜਿਹੜੇ ਆ ਉਹ ਕੱਢੇ ਜਾ ਸਕਦੇ। ਬਾਕੀ ਤੁਸੀਂ ਸਾਨੂੰ ਬੇਰੁਜ਼ਗਾਰਾਂ ਨੂੰ ਪੁੱਛ ਰਹੇ ਹੋ ਵੀ ਤੁਸੀਂ ਹੱਲ ਦੱਸੋ ਕਿਵੇਂ ਕੱਢੀਏ, ਫਿਰ ਤੁਹਾਡੇ ਕੋਲ ਇੰਨੇ ਜਿਹੜੇ PCS IAS ਅਫਸਰ ਸਕੱਤਰ ਪ੍ਰਮੁੱਖ ਸਕੱਤਰ ਉਹ ਕਾਹਦੇ ਵਾਸਤੇ ਨੇ, ਉਹ ਤੁਹਾਨੂੰ ਹੱਲ ਦੱਸਣ। ਸਾਡੇ ਵੱਲੋਂ ਜਿਹੜਾ ਹੱਲ ਸਾਡੇ ਦਿਮਾਗ ਦੇ ਵਿੱਚ ਸੀ ਉਹ ਅਸੀਂ ਦੱਸਿਆ, ਪਰ ਇਹਨਾਂ ਦੇ ਜਿਹੜਾ ਪੁਖਤਾ ਹੱਲ ਹੈ ਉਹ ਕੱਢਿਆ ਜਾ ਸਕਦਾ, ਸਾਨੂੰ ਪਤਾ ਹੈ ਔਰ ਪਿਛਲੇ ਦੌਰ ਵਿੱਚ ਵੀ ਜਿਹੜਾ ਕੱਢਿਆ ਗਿਆ। ਠੀਕ ਹੈ ਅਰੁਣਦੀਪ ਸਿੰਘ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਫਿਰ ਮੈਂ ਤੇਜਿੰਦਰ ਸਿੰਘ ਹੋਰਾਂ ਕੋਲ ਵੀ ਜਾਵਾਂਗਾ। ਸਵਾਲ ਇਹ ਖੜਾ ਹੁੰਦਾ ਜੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸੇਵਾਵਾਂ ਲੈਂਦੇ ਵੀ ਰਹੇ, ਉਸ ਤੋਂ ਬਾਅਦ ਇਹ ਸਰਕਾਰ ਨੇ ਆ ਕੇ ਸਭ ਕੁਝ ਬੰਦ ਕਰ ਦਿੱਤਾ। ਜਦ ਤੁਹਾਡੀ ਲੀਗਲ ਤਰੀਕੇ ਦੇ ਨਾਲ ਸਾਰੀ ਭਰਤੀ ਹੋਈ ਹੈ, ਤੁਸੀਂ ਕੋਰਟ ਦੇ ਵਿੱਚ ਕਿਉਂ ਨਹੀਂ ਜਾਂਦੇ? ਤੁਸੀਂ ਕਿਉਂ ਨਹੀਂ ਸਰਕਾਰ ਨੂੰ ਚੈਲੰਜ ਕਰਦੇ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ? ਅਸੀਂ ਕੋਰਟ ਦੇ ਵਿੱਚ ਗਏ ਪਏ ਹਾਂ ਜੀ, ਵੱਖਰੇ ਵੱਖਰੇ ਮੇਰੇ ਖਿਆਲ 7-8 ਕੇਸ ਜਿਹੜੇ ਸਾਡੇ ਚੱਲ ਰਹੇ ਆ। ਜਿਵੇਂ ਵੀਰ ਜੀ ਨੇ ਕਿਹਾ ਦੱਸਿਆ ਕਿ ਸਰਕਾਰ ਉੱਥੇ ਡਿਫੈਂਡ ਨਹੀਂ ਕਰ ਰਹੀ AG ਪੰਜਾਬ, ਲਟਕਾ ਰਹੀ। ਔਰ ਸਾਡੇ ਕੇਸਾਂ ਦੇ ਵਿੱਚ ਕਿਉਂਕਿ ਅਸੀਂ ਸਰਕਾਰ ਦੇ ਖਿਲਾਫ ਲਾਏ ਆ ਔਰ ਸਰਕਾਰ ਡਿਫੈਂਡ ਕਰ ਰਹੀ ਆ ਔਰ ਇਹਨਾਂ ਦੇ AG ਤੱਕ ਜਾਂ ਅਸਿਸਟੈਂਟ ਐਡਵੋਕੇਟ ਜਨਰਲ ਤੱਕ ਉਹ ਤਰੀਕ ਦੇ ਵਿੱਚ ਆਪ ਜਾਂਦੇ ਕਿਉਂਕਿ ਸਾਡੇ ਹੱਕ ਦੇ ਵਿੱਚ ਫੈਸਲਾ ਨਾ ਹੋ ਜਾਵੇ। ਜੋ ਅਸੀਂ ਮਹਿਸੂਸ ਕੀਤਾ ਤੇ ਇਹਨਾਂ ਦੇ ਕੇਸ 'ਚ ਜਾਂਦੇ ਹੀ ਨਹੀਂ, ਇਹਨਾਂ ਦੇ ਕੇਸ ਵਿੱਚ ਜਾਂਦੇ ਨਹੀਂ ਕਿਉਂਕਿ ਸਰਕਾਰ ਦੀ ਜਿਹੜੀ ਨੀਤੀ ਆ ਜਾਂ ਨੀਅਤ ਆ ਉਹ ਸਾਫ਼ ਨਹੀਂ ਗੀ। ਉਹ ਹੈ ਕਿ ਮਸਲੇ ਹੱਲ ਹੀ ਨਾ ਹੋਣ। ਮੈਂ ਤੁਹਾਨੂੰ ਦੱਸਦਾ ਜੀ ਵੀ 4.5 ਸਾਲ ਪਹਿਲਾਂ ਵੀ ਇਹ ਮਹਿਸੂਸ ਕੀਤਾ ਸੀ ਕਿ ਅਫਸਰਸ਼ਾਹੀ ਹਾਵੀ ਆ ਜਾਂ ਕਹਿ ਲਓ ਕਿ ਸਰਕਾਰ ਦੀ ਵਿਲ ਪਾਵਰ ਨਹੀਂ। ਹੁਣ ਵੀ ਉਹੀ ਮਸਲਾ ਵਾ। ਤਰਾਸਦੀ ਪੰਜਾਬ ਦੇ ਲੋਕਾਂ ਦੀ ਇਹ ਆ ਕਿ ਨਵਜੋਤ ਸਿੰਘ ਸਿੱਧੂ ਜੀ ਨੂੰ ਦਿੱਲੀ ਦਾ ਧਰਨਾ ਅਧਿਆਪਕਾਂ ਦਾ ਯਾਦ ਆ ਗਿਆ ਉੱਥੇ, ਤੇ ਅਧਿਆਪਕ ਇੱਥੇ ਥਾਂ ਤੇ ਬੈਠੇ ਆ, ਉਹਨਾਂ ਦੇ ਘਰ ਦੇ ਬਾਹਰ ਵੀ ਬੈਠੇ ਆ, ਮੁੱਖ ਮੰਤਰੀ ਦੇ ਘਰ ਦੇ ਬਾਹਰ ਵੀ ਬੈਠੇ ਆ, ਮੁਹਾਲੀ ਵੀ ਬੈਠੇ ਆ, ਹਰ ਸ਼ਹਿਰ ਦੇ ਵਿੱਚ ਬੈਠੇ ਆ, ਉੱਥੇ ਕਿਤੇ ਨਹੀਂ ਗਏ। ਅੱਜ ਅਸੀਂ ਖਰੜ ਦੇ ਵਿੱਚ ਰੈਲੀ ਕੀਤੀ, ਅਸੀਂ ਬਕਾਇਦਾ ਇੱਕ ਕਾਰਡ ਛਾਪਿਆ ਜਿਹਦੇ ਵਿੱਚ ਅਸੀਂ ਸੱਦਾ ਪੱਤਰ ਭੇਜਿਆ ਨਵਜੋਤ ਸਿੰਘ ਸਿੱਧੂ ਹੋਣਾ ਨੂੰ, ਇਨਵਾਈਟ ਕੀਤਾ ਕਿ ਤੁਸੀਂ ਆਓ ਸਾਡੇ ਧਰਨੇ ਵਿੱਚ ਵੀ ਆਓ। ਕਿੱਥੋਂ ਅੰਮ੍ਰਿਤਸਰ ਤੋਂ ਚੱਲ ਕੇ ਤੁਸੀਂ 500 ਕਿਲੋਮੀਟਰ ਦਿੱਲੀ ਪਹੁੰਚ ਗਏ। ਤੁਸੀਂ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ, ਪਟਿਆਲੇ 'ਚ ਰਹਿੰਦੇ ਹੋ, ਅੰਮ੍ਰਿਤਸਰ 'ਚ ਰਹਿੰਦੇ ਹੋ, ਪੰਜਾਬ ਦੇ ਧਰਨਿਆਂ ਵਿੱਚ ਤਾਂ ਆ ਜਾਓ, ਪਰ ਨਹੀਂ, ਕੋਈ ਨਹੀਂ ਬੋੜਿਆ। ਕਾਰਨ ਕੀ ਆ ਕਿ ਮਸਲੇ ਹੱਲ ਕਰਨਾ ਇਹਨਾਂ ਦਾ ਮਕਸਦ ਨਹੀਂਗਾ। ਵੱਡੇ ਵੱਡੇ ਬੋਰਡ ਲਾ ਕੇ ਝੂਠ ਦੀ ਰਾਜਨੀਤੀ ਜਿਹੜੀ ਆ ਉਹ ਕਰਦੀ ਪਈ ਆ ਸਰਕਾਰ। ਜੇ ਮਸਲੇ ਹੱਲ ਕਰਨੇ ਹੁੰਦੇ ਤਾਂ ਹੁਣ ਨੂੰ ਜਿਹੜੇ 36,000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕਰਦੇ ਨੇ ਉਹ ਕਿਹੜੇ ਨੇ? ਪੰਜਾਬ ਦੇ ਵਿੱਚ ਕੋਈ ਵੀ ਇੱਕ ਬੰਦਾ ਵੀ ਹੱਥ ਖੜਾ ਕਰਕੇ ਕਹਿ ਦਿਓ ਕਿ ਮੈਂ 36,000 ਚ ਆ ਗਿਆ, ਤੇ ਮੈਂ ਕਹਿੰਦਾ ਜੀ ਤੁਸੀਂ ਉਹਨੂੰ ਸਟੂਡੀਓ 'ਚ ਹੀ ਸੱਦ ਲਿਓ ਜੀ। ਅਜੇ ਤੱਕ ਕੋਈ ਨਹੀਂ ਆਇਆ, ਸਾਡੀ ਨਜ਼ਰ 'ਚ ਕੋਈ ਨਹੀਂ ਆਇਆ। ਅਸੀਂ ਲੋਕਾਂ 'ਚ ਵਿਚਰਦੇ, ਸਾਨੂੰ ਨਹੀਂ ਕੋਈ ਮਿਲਿਆ। ਠੀਕ ਹੈ, ਤੇਜਿੰਦਰ ਸਿੰਘ ਹੋਰਾਂ ਕੋਲ ਚੱਲਦੇ ਹਾਂ, ਫਿਰ ਡਾਕਟਰ ਸਾਹਿਬ ਕੋਲ ਵੀ ਜਾਵਾਂਗੇ। ਤੇਜਿੰਦਰ ਸਿੰਘ, ਸਵਾਲ ਇਹ ਖੜਾ ਹੁੰਦਾ ਹੈ ਕਿ ਤੁਹਾਡੀ ਨਾਰਾਜ਼ਗੀ, ਤੁਹਾਡੀ ਲੜਾਈ ਸਰਕਾਰ ਦੇ ਨਾਲ ਹੋਏਗੀ ਆਪਣੀਆਂ ਮੰਗਾਂ ਨੂੰ ਲੈ ਕੇ, ਜੋ ਧੱਕੇਸ਼ਾਹੀ ਹੋਈ ਹੈ ਉਹਨੂੰ ਵੀ ਲੈ ਕੇ, ਪਰ ਤੁਸੀਂ ਲੋਕਾਂ ਦੇ ਹੱਕਾਂ ਨੂੰ ਅਣਦੇਖਿਆ ਕਿਵੇਂ ਕਰ ਸਕਦੇ ਹੋ? ਲੋਕ ਖੱਜਲ ਖੁਆਰ ਹੋ ਰਹੇ ਨੇ, ਕਿਸੇ ਦੀ ਕੋਈ ਰਜਿਸਟਰੀ ਹੋਣੀ ਹੈ ਉਹ ਲਟਕਿਆ ਹੋਇਆ, ਲੰਬੇ ਸਮੇਂ ਤੋਂ ਦੂਰੋਂ ਆਉਂਦੇ ਨੇ, ਪਤਾ ਹੀ ਨਹੀਂ ਹੁੰਦਾ ਕਈਆਂ ਨੂੰ ਕਿ ਹੜਤਾਲ ਚੱਲ ਰਹੀ ਹੈ। ਕਦੇ ਉਹਨਾਂ ਬਾਰੇ ਵੀ ਸੋਚ ਲਿਆ ਕਰੋ। ਦੇਖੋ ਹਰਪ੍ਰੀਤ ਜੀ, ਇਸ ਗੱਲ ਦਾ ਸਾਨੂੰ ਖੇਦ ਹੈ ਕਿ ਸਾਡੀ ਜਿਹੜੀ DC ਦਫ਼ਤਰਾਂ ਦੀ ਪਿਛਲੀ 22 ਨਵੰਬਰ ਤੋਂ ਹੜਤਾਲ ਚੱਲ ਰਹੀ ਹੈ, ਉਹਦੇ ਨਾਲ ਆਮ ਜਨਤਾ ਨੂੰ ਜਿਹੜਾ ਪਿਸਣਾ ਪੈ ਰਿਹਾ। ਆਮ ਜਨਤਾ ਦੇ ਜਿਨ੍ਹਾਂ ਵਿੱਚ ਖਾਸ ਕਰਕੇ ਸਕੂਲਾਂ ਦੇ ਬੱਚਿਆਂ ਦੇ ਜਾਂ ਅੱਜ ਕੱਲ ਚੰਨੀ ਸਾਹਿਬ ਨੇ ਭਰਤੀਆਂ ਦਾ ਦੌਰ ਸ਼ੁਰੂ ਕੀਤਾ ਹੋਇਆ, ਕਿਸੇ ਬੱਚੇ ਨੂੰ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਹੈ, ਉਹ ਸਾਰੇ ਬੰਦ ਪਏ ਆ। ਪਰ ਇਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਹੈ, ਕਿਉਂਕਿ ਅਸੀਂ ਜਦੋਂ ਵੀ ਕੋਈ ਐਜੀਟੇਸ਼ਨ ਸ਼ੁਰੂ ਕਰਦੇ ਆ ਤਾਂ ਅਸੀਂ ਬਕਾਇਦਾ ਆਪਣੀ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਪਹਿਲਾਂ ਨੋਟਿਸ ਭੇਜਦੇ ਆ ਕਿ ਸਾਡੀ ਇਹ ਵਾਲੀ ਮੰਗ ਜਿਹੜੀ ਇਹਨੂੰ ਮੰਨਿਆ ਜਾਵੇ, ਸੁਣਿਆ ਜਾਵੇ, ਸਾਡੀ ਜਥੇਬੰਦੀ ਨੂੰ ਬੁਲਾਇਆ ਜਾਵੇ, ਟੇਬਲ ਟਾਕ ਕੀਤੀ ਜਾਵੇ। ਜਦੋਂ ਸਰਕਾਰ ਉਹ ਗੱਲ ਨਹੀਂ ਸੁਣਦੀ ਤਾਂ ਅਸੀਂ ਫਿਰ ਅਲਟੀਮੇਟਮ ਦਿੰਦੇ ਆ ਕਿ ਇੰਨੀ ਤਰੀਕ ਤੋਂ ਅਸੀਂ ਹੜਤਾਲ ਤੇ ਚਲੇ ਜਾਵਾਂਗੇ। ਸੋ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਹਰਪ੍ਰੀਤ ਜੀ, ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ DC ਦਫ਼ਤਰ ਮਾਲ ਮਹਿਕਮੇ ਦੇ ਅੰਡਰ DC ਦਫ਼ਤਰ ਆਉਂਦੇ ਆ, ਔਰ DC ਦਫ਼ਤਰ ਹੀ ਪੂਰੇ ਪੰਜਾਬ ਦੇ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਕਿਉਂਕਿ ਸਰਕਾਰ ਨੇ ਜਿਹੜੇ ਹੁਕਮ ਨੋਟੀਫਿਕੇਸ਼ਨ ਜਾਰੀ ਕਰਨੇ ਆ ਜਾਂ ਜੋ ਵੀ ਕੈਬਨਿਟ 'ਚ ਪਾਸ ਕਰਨਾ ਆ ਉਹ ਐਡਮਿਨਿਸਟ੍ਰੇਸ਼ਨ ਨੇ ਲਾਗੂ ਕਰਨਾ ਹੁੰਦਾ। ਸੋ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਸਰਕਾਰ ਦੀ ਰੀੜ੍ਹ ਦੀ ਹੱਡੀ ਆ।
ਉਸੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਲਗਾਇਆ ਜਾਂਦਾ, ਐਗਜ਼ੀਕਿਊਟਿਵ ਮੈਜਿਸਟ੍ਰੇਟ, ਜਿਨ੍ਹਾਂ ਕੋਲੇ ਨਾਇਬ ਤਹਿਸੀਲਦਾਰ ਤਹਿਸੀਲਦਾਰ ਦੀਆਂ ਪਾਵਰਾਂ ਨਹੀਂ ਹੁੰਦੀਆਂ। ਜੀ ਜੇ ਸਰਕਾਰ, ਇੱਕ ਚੰਨੀ ਸਾਹਿਬ ਨੇ ਬਿਆਨ ਜਾਰੀ ਕੀਤਾ ਕਿ ਜਿਹੜਾ ਵੀ ਕੋਈ ਪਟਵਾਰੀ ਕਾਨੂੰਗੋ ਜਾਂ ਕੋਈ ਤਹਿਸੀਲਦਾਰ ਰਿਸ਼ਵਤ ਮੰਗਦਾ ਤੇ ਉਹ ਇੱਕ ਕਾਂ ਮਾਰ ਕੇ ਟੰਗ ਦਿਓ ਤੇ ਬਾਕੀ ਸਾਰੇ ਆਪੇ ਸੁਧਰ ਜਾਣਗੇ। ਚੰਨੀ ਸਾਹਿਬ ਨੂੰ ਮੈਨੂੰ ਇਸ ਚੀਜ਼ ਦਾ ਜਵਾਬ ਦੇਣ ਕਿ ਕਾਂ ਮਾਰ ਕੇ ਟੰਗ ਦਿਓ, ਇਦਾਂ ਦੇ ਬਿਆਨ ਜਿਹੜੇ ਉਹ ਇਹਨਾਂ ਮਹਿਕਮਿਆਂ ਜਾਂ ਇਦਾਂ ਦੇ ਅਜਿਹੇ ਅਫਸਰਾਂ ਦੇ ਵਿਰੁੱਧ ਦੇਣ, ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਚੰਨੀ ਸਾਹਿਬ ਇਹੋ ਜਿਹੇ ਕਾਂ ਪੈਦਾ ਕਿਉਂ ਕਰਦੇ ਆ? ਸੋ ਵਿਜੀਲੈਂਸ ਵਿਭਾਗ ਜਿਹੜਾ ਇੰਨੀ ਧੱਕੇਸ਼ਾਹੀ ਕਰ ਰਿਹਾ ਆ ਕਿ ਜਿਹੜੇ ਡਿਊਟੀ ਮੈਜਿਸਟ੍ਰੇਟ ਜਦੋਂ ਕਿਸੇ ਜਗ੍ਹਾ ਤੇ ਧਰਨਾ ਲੱਗਦਾ ਤਾਂ ਇਹੀ ਐਗਜ਼ੀਕਿਊਟਿਵ ਮੈਜਿਸਟ੍ਰੇਟ ਬਤੌਰ ਡਿਊਟੀ ਮੈਜਿਸਟ੍ਰੇਟ ਤੈਨਾਤ ਹੁੰਦੇ ਆ ਤੇ ਇਹਨਾਂ ਵੱਲੋਂ ਜਾ ਕੇ ਉੱਥੇ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਧਰਨਾ ਹਟਾਇਆ ਜਾਂਦਾ। ਸੋ ਉਹੀ ਜਿਹੜੇ ਡਿਊਟੀ ਮੈਜਿਸਟ੍ਰੇਟ ਸੜਕਾਂ ਤੇ ਲੱਗੇ ਧਰਨਿਆਂ ਨੂੰ ਹਟਾਉਂਦੇ ਆ, ਅੱਜ ਖੁਦ ਧਰਨੇ ਤੇ ਬੈਠੇ ਆ। ਸੋ ਸਰਕਾਰ ਨੂੰ, ਚੰਨੀ ਸਾਹਿਬ ਨੂੰ ਖਾਸ ਕਰਕੇ ਆਪਣੀ ਜਿਹੜੀ ਕੁੰਭ ਕਰਨੀ ਨੀਂਦ ਆ ਉਹਦੇ ਤੋਂ ਉੱਠ ਕੇ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਦੇ ਵਿਰੁੱਧ ਜੇ ਉਹ ਇਦਾਂ ਦੇ ਬਿਆਨ ਦੇਣ ਲੱਗ ਜਾਣਗੇ ਕਿ ਇਹਨਾਂ ਤੇ ਇੱਕ ਕਾਂ ਮਾਰ ਕੇ ਟੰਗ ਦਿਓ ਤੇ ਰਿਸ਼ਵਤ ਦੇ ਝੂਠੇ ਪਰਚੇ ਦਰਜ ਕਰਵਾਉਣਗੇ, ਇਸ ਤਰ੍ਹਾਂ ਤਾਂ ਫਿਰ ਜਿਹੜੀ ਖੱਜਲ ਖਰਾਬੀ ਆਮ ਪਬਲਿਕ ਨੂੰ ਹੋ ਰਹੀ ਹੈ ਉਹ ਸਾਰੀ ਦੀ ਸਾਰੀ ਪੰਜਾਬ ਸਰਕਾਰ ਦੀ ਬਣ ਜਾਂਦੀ ਹੈ। ਅਸੀਂ ਕਦੀ ਵੀ, ਚਾਹੇ ਉਹ ਗਰਮੀ ਹੋਵੇ ਚਾਹੇ ਸਰਦੀ ਹੋਵੇ ਜਾਂ ਕੜਾਕੇ ਦੀ ਠੰਡ ਹੋਵੇ ਜਾਂ ਤਪਦੀ ਗਰਮੀ ਹੋਵੇ, ਉਹਦੇ ਵਿੱਚ ਅਸੀਂ ਕਦੀ ਵੀ ਸੜਕਾਂ ਤੇ ਬਹਿਣ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਸਾਨੂੰ ਖੁਦ ਨੂੰ ਇਹ ਪਤਾ ਆ ਸਾਡੇ 'ਚ ਵੀ ਇਨਸਾਨੀਅਤ ਆ ਕਿ ਸਾਡਾ ਜਿਹੜਾ ਮਹਿਕਮਾ ਆ ਉਹ ਪ੍ਰਸ਼ਾਸਨਿਕ ਠੀਕ ਹੈ। ਇਹ ਹੁਣ ਜ਼ਿੰਮੇਵਾਰੀ ਸਰਕਾਰ ਦੀ ਹੈ। ਮੈਂ ਉਹੀ ਕਹਿ ਰਿਹਾ ਕਿ ਸਵਾਲ ਇਹ ਖੜਾ ਹੁੰਦਾ ਹੈ ਕਿ ਲੋਕਾਂ ਦੀ ਖੱਜਲ ਖੁਆਰੀ ਨੂੰ ਵੇਖਦੇ ਹੋਏ ਸਰਕਾਰ ਨੂੰ ਤਾਂ ਪਹਿਲ ਦੇ ਆਧਾਰ ਤੇ ਇਹ ਕੰਮ ਕਰਨੇ ਚਾਹੀਦੇ ਨੇ। ਡਾਕਟਰ ਸਾਹਿਬ, ਸਵਾਲ ਇਹ ਖੜਾ ਹੁੰਦਾ ਹੈ ਕਿ ਹੁਣ ਇਸ ਮਸਲੇ ਦਾ ਹੱਲ ਕੀ ਹੋਏਗਾ? ਕੀ ਤੁਹਾਡੀ ਕੋਈ ਮੀਟਿੰਗ ਹੋਈ ਹੈ? ਕੁਝ ਗੱਲਾਂ ਅਜਿਹੀਆਂ ਨੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਤੁਹਾਡੀਆਂ ਡਿਮਾਂਡਸ ਨੇ ਜਿਹੜੀਆਂ ਉਹ ਜਾਇਜ਼ ਨਹੀਂ ਨੇ, ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਕਰੋਨਾ ਵਾਰੀਅਰਸ ਜਿਨ੍ਹਾਂ ਨੂੰ ਰੱਖਿਆ ਗਿਆ ਸੀਗਾ ਉਦੋਂ ਇਹ ਕਦੇ ਵੀ ਸਰਕਾਰ ਨੇ ਪੱਕਾ ਪ੍ਰੋਮਿਸ ਨਹੀਂ ਕੀਤਾ ਸੀਗਾ ਕਿ ਆਫਟਰ ਕਰੋਨਾ ਤੁਹਾਨੂੰ ਪੱਕਾ ਕਰ ਦਿੱਤਾ ਜਾਏਗਾ। ਹੁਣ ਤੁਸੀਂ ਡਿਮਾਂਡ ਕਰ ਰਹੇ ਹੋ ਕਿ ਸਾਨੂੰ ਪੱਕਾ ਕਰੋ। ਠੀਕ ਸਰ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਵੀ ਸਾਡੇ ਮੁਲਾਜ਼ਮ ਪਿਛਲੇ ਕਰੀਬ 13 ਸਾਲ ਤੋਂ ਲਗਾਤਾਰ ਸਿਹਤ ਵਿਭਾਗ ਵਿੱਚ ਪੰਜਾਬ ਦੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਆ ਜੀ। ਸੈਕਿੰਡ ਇਹ ਹੈ ਵੀ ਅਸੀਂ ਕਦੀ ਵੀ ਇਦਾਂ ਨਹੀਂ ਚਾਹਿਆ ਵੀ ਅਸੀਂ ਕਿਸੇ ਇਦਾਂ ਦੇ ਹਾਲਾਤ ਦਾ ਜਾਣੀ ਕਿ ਇਸ਼ੂ ਬਣਾ ਕੇ ਉਹਦੀ ਇਨਵੈਸਟੀਗੇਟ ਕਰੀਏ। ਅਸੀਂ ਪਹਿਲਾਂ ਵੀ ਜਾਨ ਲਾ ਕੇ ਕੰਮ ਕਰਦੇ ਰਹੇ ਹਾਂ, ਹੁਣ ਵੀ ਜਾਨ ਲਾ ਰਹੇ, ਅੱਗੇ ਤੋਂ ਵੀ ਜਾਨ ਲਾ ਕੇ ਕੰਮ ਕਰਾਂਗੇ। ਪਰ ਸਾਨੂੰ ਸਰਕਾਰ ਨੇ ਮਜਬੂਰੀ ਇੰਨਾ ਕਰ ਦਿੱਤਾ ਆ ਵੀ ਸਾਨੂੰ ਸੜਕਾਂ ਤੇ ਉਤਰਨਾ ਆਪਣੇ ਬੱਚਿਆਂ ਨਾਲ, ਆਪਣੇ ਪਰਿਵਾਰਾਂ ਨਾਲ ਪੈ ਰਿਹਾ ਹੈ। ਤੁਸੀਂ ਇਹ ਦੇਖੋ ਵੀ ਜਿਹੜੀ ਸਾਡੀ ANM ਤੋਂ ਲੈ ਕੇ ਜਿਹੜੀ ਕਿ ਵੈਕਸੀਨੇਸ਼ਨ ਕਰਦੀਆਂ ਆ ਜਾਂ ਬੱਚਿਆਂ ਦੇ ਟੀਕੇ ਲਗਾਉਂਦੀਆਂ ਪਿੰਡਾਂ ਦੇ ਵਿੱਚ, ਜਾਂ CHO ਕੈਡਰ ਆ ਜਿਹੜਾ ਪੇਂਡੂ ਸਿਹਤ ਵਿਭਾਗ ਉੱਥੇ ਜਾ ਕੇ ਆਪਣੇ ਸਿਹਤ ਸੇਵਾਵਾਂ ਦੇ ਰਿਹਾ ਆ। ਉਸ ਤੋਂ ਬਾਅਦ ਸਾਡੀਆਂ ਸਟਾਫ ਨਰਸ ਭੈਣਾਂ ਵੀ ਅੱਜ ਤੋਂ ਸਟ੍ਰਾਈਕ ਤੇ ਜਾ ਰਹੀਆਂ। ਸਾਡਾ RBSK ਕੈਡਰ ਜਿਹੜਾ ਸਕੂਲ ਹੈਲਥ ਬੱਚਿਆਂ ਦੀ ਕਰ ਰਿਹਾ ਆ, ਆਪਣਾ ਆਯੁਰਵੈਦਿਕ ਵਿਭਾਗ, ਹੋਮੋਪੈਥਿਕ ਵਿਭਾਗ, ਕਲੈਰੀਕਲ ਡਿਪਾਰਟਮੈਂਟ, ਸਾਰੇ ਦਾ ਸਾਰਾ ਤੁਸੀਂ ਹਿਸਾਬ ਲਾ ਲਓ ਇਹ ਗਵਰਨਮੈਂਟ ਦੀ ਲਾਇਬਿਲਿਟੀ ਹੁੰਦੀ ਹੈ ਤੇ ਆਪਣੀ ਹੈਲਥ ਐਂਡ ਐਜੂਕੇਸ਼ਨ, ਬਾਕੀ ਸਾਰੇ ਡਿਪਾਰਟਮੈਂਟ ਤੋਂ ਗਵਰਨਮੈਂਟ ਕਮਾਈ ਕਰਦੀ। ਇਹਦੇ ਦੋ ਡਿਪਾਰਟਮੈਂਟ ਹੀ ਹੈ ਜਿਹੜੀ ਲਾਇਬਿਲਿਟੀ ਗਵਰਨਮੈਂਟ ਨੇ ਖਰਚਣੇ ਹੁੰਦੇ ਆ, ਸਾਡੇ ਲੋਕਾਂ ਦੇ ਉੱਤੇ ਖਰਚਣੇ ਹੁੰਦੇ ਤੇ ਇਹਨਾਂ ਦੇ ਕੋਲ ਇਹ ਫੌਜ ਜਿਹੜੀ ਹੈਗੀ ਆ ਸਿਹਤ ਵਿਭਾਗ ਵਾਲੀ, ਠੇਕੇ ਤੇ ਕਦੀ ਸੁਣਿਆ ਕਿਸੇ ਦੇਸ਼ ਨੇ ਜੰਗ ਜਿੱਤਣੀ ਹੋਵੇ ਤਾਂ ਫੌਜ ਠੇਕੇ ਤੇ ਲੈ ਲਵੇ? ਬਿਲਕੁਲ ਠੀਕ ਤੁਹਾਡੀ ਗੱਲ। ਦੂਸਰੇ ਨੰਬਰ ਤੇ ਕਹਿ ਰਹੇ ਆ ਵੀ ਜਿਹੜੀ ਮਜਬੂਰੀ ਦੱਸ ਰਿਹਾ ਵੀ ਅਸੀਂ ਪੱਕੇ ਨਹੀਂ ਕਰ ਸਕਦੇ, ਸਾਡੀਆਂ ਕੁਝ ਜਾਨੀ ਕਿ ਕਾਨੂੰਨੀ ਅੜਚਣਾ ਹੈਗੀਆਂ ਆ। ਇਹਨਾਂ ਕੋਲੇ ਆਪਣੇ ਰਾਜਸਥਾਨ ਦੀ ਐਗਜ਼ਾਮਪਲ ਹੈ, ਹਿਮਾਚਲ ਦੀ ਐਗਜ਼ਾਮਪਲ ਹੈ, ਉਹਨਾਂ ਨੇ ਜਿਹੜੇ ਕੰਟਰੈਕਚੁਅਲ EMPLOYEES ਸੀਗੇ ਉਹਨਾਂ ਨੂੰ ਰੈਗੂਲਰ ਕੀਤਾ ਹੈ। ਦੂਸਰੇ ਨੰਬਰ ਤੇ ਜੇ ਰੈਗੂਲਰ ਨਹੀਂ ਕਰਨਾ ਚਾਹੁੰਦੇ, ਬਰਾਬਰ ਪੇ ਸਕੇਲ ਦੀ ਡਿਮਾਂਡ ਰੱਖਦੇ ਆ, ਇਹ ਫਿਰ ਉਹਦੇ ਵਿੱਚ ਵੀ। ਅੱਛਾ ਡਾਕਟਰ ਸਾਹਿਬ ਇੱਕ ਸਵਾਲ ਮੈਂ ਤੁਹਾਨੂੰ ਵੀ ਉਹੀ ਪੁੱਛ ਲੈਣਾ। ਵੱਡੇ ਪੋਸਟਰ, ਵੱਡੇ ਇਸ਼ਤਿਹਾਰ ਤੁਸੀਂ ਵੀ ਦੇਖੇ ਹੋਣੇ ਨੇ ਕਿ 36,000 ਮੁਲਾਜ਼ਮ ਹੈ ਜਿਹੜਾ ਅਸੀਂ ਪੱਕਾ ਕਰ ਦਿੱਤਾ, ਕਿ ਤੁਸੀਂ ਵੀ ਉਸ ਕੈਟੇਗਰੀ ਦੇ ਵਿੱਚ ਨਹੀਂ ਆਉਂਦੇ? ਚਲੋ ਅਧਿਆਪਕ ਤਾਂ ਨਹੀਂ ਆਉਂਦੇ, ਇਹਨਾਂ ਨੇ ਕਹਿਤਾ ਵੀ ਚਲੋ ਸਾਨੂੰ ਛੱਡੋ, ਤੁਸੀਂ ਵੀ ਉਸ ਕੈਟੇਗਰੀ 'ਚ ਨਹੀਂ ਆਉਂਦੇ ਕਿ 36,000 'ਚ ਤੁਹਾਨੂੰ ਥਾਂ ਮਿਲ ਜੇ? ਬਿਲਕੁਲ ਨਹੀਂ ਆਉਂਦਾ। NRHM ਦੇ ਘੱਟੋ ਘੱਟ 12,500 ਮੁਲਾਜ਼ਮ ਆ, ਉਹਦਾ ਇੱਕ ਮੁਲਾਜ਼ਮ ਵੀ ਬਾਹਰ ਖੜਾ ਕਰਕੇ ਕਹਿ ਦੇਵੇ ਵੀ ਮੈਂ ਇਹਦੇ ਵਿੱਚ ਇਨਕਲੂਡ ਹੁੰਦਾ। ਇਹ ਸਾਰੇ ਦੇ ਸਾਰੇ ਅਸੀਂ, ਤੁਸੀਂ ਦੇਖ ਲਓ ਰਾਤ ਨੂੰ
ਜਦੋਂ ਤੁਹਾਨੂੰ ਪਤਾ ਕਿੰਨਾ ਔਖਾ ਟਾਈਮ ਆਪਾਂ ਹੰਢਾਇਆ ਆ। ਬਿਲਕੁਲ ਠੀਕ ਹੈ। ਸੜਕਾਂ ਖਾਲੀ ਹੁੰਦੀਆਂ ਸੀਗੀਆਂ, ਕਰਫਿਊ ਲੱਗੇ ਹੁੰਦੇ ਸੀਗੇ, ਪੁਲਿਸ ਡਿਪਾਰਟਮੈਂਟ ਤੇ ਡਾਕਟਰ ਹੈਲਥ ਡਿਪਾਰਟਮੈਂਟ ਸਾਰਾ ਸੜਕ ਦੇ ਉੱਤੇ ਹੁੰਦਾ ਸੀਗਾ। ਆਪਾਂ ਲਾਈਨ ਲਿਸਟਿੰਗ ਕਰਨੀ, ਮਜ਼ਦੂਰਾਂ ਨੂੰ ਭੇਜਣਾ, ਕੋਵਿਡ ਦੇ ਸੈਂਪਲ ਲੈਣੇ। ਈਵਨ ਹੁਣ ਤੱਕ ਮੈਂ ਕੋਵਿਡ ਦੇ ਸੈਂਪਲ ਲੈਂਦਾ ਰਿਹਾ। ਅੱਗ ਦੇ ਮੂੰਹ ਦੇ ਵਿੱਚ ਹੱਥ ਦੇਣ ਵਾਲੀ ਗੱਲ ਹੁੰਦੀ ਆ। ਗਵਰਨਮੈਂਟ ਨੂੰ ਬਿਲਕੁਲ ਤਰਸ ਨਹੀਂ ਆਉਂਦਾ। ਇਹਨਾਂ ਨੂੰ ਇਹ ਚਾਹੀਦਾ ਇਹ ਸੀਗਾ ਵੀ ਪਹਿਲ ਦੇ ਆਧਾਰ ਦੇ ਉੱਤੇ ਪੰਜਾਬ ਸਿਹਤ ਸੇਵਾਵਾਂ ਦੇਣ ਦੇ ਵਿੱਚ ਜਿੱਥੇ ਸਭ ਤੋਂ ਘੱਟ ਡੈਥ ਰੇਟ ਰਿਹਾ ਆ, ਇੰਡੀਆ ਦਾ ਸਭ ਤੋਂ ਪਹਿਲੇ ਨੰਬਰਾਂ ਦੇ ਵਿੱਚ ਸੂਬਾ ਆਇਆ ਆ। ਹੈਲਥ ਡਿਪਾਰਟਮੈਂਟ ਨੇ ਜੇ ਜੰਗ ਜਿੱਤੀ ਆ ਤੇ NRHM ਦੇ ਯੋਧਿਆਂ ਕਰਕੇ ਜਿੱਤੀ ਆ। ਇਹਨਾਂ ਨੂੰ ਚਾਹੀਦਾ ਸੀਗਾ ਕਿ ਜਿੱਦਾਂ ਹੀ ਸਿਚੁਏਸ਼ਨ ਤੇ ਕਾਬੂ ਪੈਂਦਾ ਵੀ ਇਹਨਾਂ ਨੂੰ ਇਨਾਮ ਦੇ ਵਜੋਂ ਇਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। ਇਹ ਉਹਨਾਂ ਦਾ ਹੱਕ ਬਣਦਾ ਸੀਗਾ, ਇਹਨਾਂ ਦੀ ਕੋਈ ਭੀਖ ਨਹੀਂ ਸੀਗੀ। ਪਰ ਸਾਨੂੰ ਬੇਸ਼ਰਮੀ ਦੀ ਗੱਲ ਇਹ ਆ ਵੀ ਸਾਨੂੰ ਸੜਕ ਦੇ ਉੱਤੇ ਬਹਿ ਕੇ ਇਹਨਾਂ ਨੂੰ ਦੱਸਣਾ ਪੈ ਰਿਹਾ ਤੇ ਕੋਈ ਜੇ ਮੀਟਿੰਗ ਕਰਦੇ ਆ ਉਹਦਾ ਕੋਈ ਸਿੱਟਾ ਨਹੀਂ ਨਿਕਲਦਾ। ਕੋਈ ਉੱਥੇ ਜਾਣੀ ਕਿ ਪੂਰੀ ਪੈਨਲ ਮੀਟਿੰਗ ਨਹੀਂ ਹੁੰਦੀ। ਕਈ ਵਾਰੀ ਜੇ ਹੁੰਦੀ ਆ ਤੇ ਉੱਥੇ ਕੋਈ ਆਪਣੇ ਫਾਈਨਾਂਸ ਡਿਪਾਰਟਮੈਂਟ ਤੋਂ ਨਹੀਂ ਪਹੁੰਚਦਾ, ਤੇ ਫਾਈਨਾਂਸ ਡਿਪਾਰਟਮੈਂਟ ਤੋਂ ਪਹੁੰਚਦਾ, ਹੈਲਥ ਡਿਪਾਰਟਮੈਂਟ ਦਾ ਕੋਈ ਡਾਇਰੈਕਟਰ ਨਹੀਂ ਉੱਥੇ ਆਉਂਦਾ। ਜਾਣੀ ਕਿ ਕਦੀ ਪੂਰੀ ਪੈਨਲ ਮੀਟਿੰਗ ਦੇ ਵਿੱਚ ਬਹੁਤ ਡੰਗ ਰੇਅਰ ਟਪਾਉਣ ਹੁੰਦਾ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਡੰਗ ਟੱਪ ਜੇ, ਚੋਣ ਜਾਬਤਾ ਲੱਗ ਜੇ, ਉਸ ਤੋਂ ਬਾਅਦ ਸਾਰੀ ਕਹਾਣੀ ਖਤਮ। ਬਿਲਕੁਲ 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 ਅਸੀਂ ਇਹ ਕਹਿੰਦੇ ਆ ਵੀ ਕੁਛ ਨਾ ਕੁਛ ਏਦਾਂ ਕੀਤਾ ਜਾਵੇ ਵੀ ਘੱਟੋ ਘੱਟ ਜਿਹੜੇ ਗ੍ਰੇਡ ਪੇ ਆ ਉਹ ਬਰਾਬਰ ਪੇ ਸਕੇਲ ਇਹਨਾਂ ਨੂੰ ਦੇ ਦਿੱਤੇ ਜਾਣ। ਇਹ ਇੱਕ ਟੇਬਲ ਟਾਕ ਦੇ ਉੱਤੇ ਬਹਿ ਕੇ ਇਹਦਾ ਹੱਲ ਕੀਤਾ ਜਾਵੇ ਤਾਂ ਕਿਸੇ ਦਾ ਨਹੀਂ ਜੀ ਕਰਦਾ ਸੜਕਾਂ ਦੇ ਉੱਤੇ ਬੈਠਣ ਦਾ। ਹਰ ਇੱਕ ਦਾ ਪਰਿਵਾਰ ਆ, ਲੋਕ ਸਫ਼ਰ ਕਰ ਰਹੇ ਆ। ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜਾਣੀ ਕਿ ਸਾਹਮਣਾ ਕਰਨਾ ਪੈ ਰਿਹਾ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਘੱਟ ਹੈ। ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਇਹ 5 ਵਿਭਾਗ ਵਾਲੇ ਬੈਠੇ ਨੇ ਇਹ ਸਾਰੇ ਹੀ ਇੰਪੋਰਟੈਂਟ ਨੇ, ਭਾਵੇਂ ਸਿਹਤ ਹੋਵੇ, ਟਰਾਂਸਪੋਰਟ ਹੋਵੇ ਜਾਂ ਪਟਵਾਰਖਾਨਾ ਹੋਵੇ, ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ, ਹਰ ਆਮ ਖਾਸ ਦੇ ਲਈ ਬੜੀਆਂ ਜ਼ਰੂਰੀ ਨੇ। ਸੋ ਉਮੀਦ ਕਰਦੇ ਹਾਂ ਕਿ ਸਰਕਾਰ ਨੀਂਦ ਤੋਂ ਜਾਗੇਗੀ, ਇਹਨਾਂ ਦੀਆਂ ਗੱਲਾਂ ਸੁਣੇਗੀ, ਇਹਨਾਂ ਦੀਆਂ ਮੰਗਾਂ ਸੁਣੇਗੀ ਔਰ ਜਿਹੜੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਨੇ। ਜਿੱਥੇ ਤੁਸੀਂ ਕਹਿੰਦੇ ਹੋ ਕਿ ਕਾਨੂੰਨੀ ਅੜਚਨ ਹੈ, ਅਦਾਲਤੀ ਅੜਚਨ ਹੈ, ਜੀ ਅਸੀਂ ਕੁਝ ਨਹੀਂ ਕਰ ਸਕਦੇ, ਉਸ ਤੋਂ ਇਲਾਵਾ ਹੋਰ ਬੜੇ ਸਾਰੇ ਮੁੱਦੇ ਨੇ ਜਿਸ ਤੇ ਅਦਾਲਤੀ ਅੜਚਨ ਹੈ ਹੀ ਕੋਈ ਨਹੀਂ, ਜਿਸ ਵਿੱਚ PRTC ਦਾ ਮਸਲਾ ਵੀ ਹੈ, ਜਿਹਦੇ ਵਿੱਚ ਪਟਵਾਰੀਆਂ ਦਾ ਮਸਲਾ ਵੀ ਹੈ। ਉਹ ਤਾਂ ਪਹਿਲ ਦੇ ਆਧਾਰ ਤੇ ਕੀਤਾ ਜਾ ਸਕਦਾ ਹੱਲ, ਤਾਂ ਜੋ ਆਮ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਔਰ ਇਹੀ ਆਸ ਕਰਦੇ ਹਾਂ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਸੁਣੇ ਔਰ ਘੱਟੋ ਘੱਟ ਆਮ ਲੋਕਾਂ ਨੂੰ ਜ਼ਰੂਰ ਪਤਾ ਲੱਗ ਜੇ ਕਿ ਜੇ ਸੜਕਾਂ ਤੇ ਧਰਨੇ ਲਾਉਂਦੇ ਨੇ, ਜੇ ਹੜਤਾਲਾਂ ਕਰਦੇ ਨੇ ਤਾਂ ਇਹਨਾਂ ਦੇ ਮਸਲੇ ਜਾਇਜ਼ ਨੇ, ਇਹਨਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਉਹ ਜੈਨੂਇਨ ਨੇ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।